परम सम्मान जो गुरु सवारियो वाहिगुरु जी का खालसा वाहिगुरु जी की फतेह। सिख मिशनरी कॉलेज लुधियाना वालों SMC गुरमत क्लास USA विच आप साਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਇਤਿਹਾਸ ਵਿਸ਼ੇ ਦੇ ਵਿੱਚ ਸਾਡਾ ਅੱਜ ਦਾ ਵਿਸ਼ਾ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੀ ਜੀਵਨੀ, ਉਹਨਾਂ ਦੀ ਸ਼ਖਸੀਅਤ ਬਾਰੇ ਅਸੀਂ ਵਿਚਾਰਾਂ ਸਾਂਝੀਆਂ ਕਰਾਂਗੇ। ਕਿਵੇਂ ਇੱਕ ਗੈਰ ਸਿੱਖ ਪਰਿਵਾਰ ਤੋਂ ਸਿੱਖੀ ਵੀ ਸ਼ਾਮਲ ਹੋ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਸਿੰਘ ਬਣੇ, ਕਿਵੇਂ ਲਗਭਗ 50 ਸਾਲ ਸਿੱਖ ਸਿਆਸਤ ਦੇ ਧੁਰੰਤਰ ਹੋ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਤੇ ਕਿਵੇਂ ਜੀਵਨ ਦੇ ਆਖਰੀ ਸਾਲਾਂ ਵਿੱਚ ਉਹਨਾਂ ਦੇ ਨਾਲ ਧੋਖੇਗਰੀ ਵੀ ਸਿੱਖ ਆਗੂਆਂ ਕੀਤੀ ਗਈ। ਉਹਨਾਂ ਦੇ ਇਮੇਜ ਨੂੰ ਖਰਾਬ ਕਰਨ ਦੇ ਲਈ ਬੜੇ ਯਤਨ ਵੀ ਕੀਤੇ ਗਏ, ਲੇਕਿਨ ਇਹ ਮਾਸਟਰ ਤਾਰਾ ਸਿੰਘ ਜੀ ਦੇ ਜੀਵਨ ਜਦੋਂ ਅਸੀਂ ਸੁਣਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਦੀਆਂ ਘਾਲਣਾ ਕਿੰਨੀਆਂ ਹਨ, ਕਿੰਨੇ ਮੋਰਚੇ, ਕਿੰਨੀਆਂ ਕੈਦਾਂ, ਕਿੰਨੀਆਂ ਉਹਨਾਂ ਨੇ ਆਪਣੇ ਜੀਵਨ ਵਿੱਚ ਕਿੰਨੇ ਸਾਲ ਜੇਲ੍ਹਾਂ ਵਿੱਚ ਗੁਜ਼ਾਰੇ, ਔਰ ਕਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਵੀ ਉਹਨਾਂ ਤੋਂ ਕੰਬਦਾ ਸੀ, ਔਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਵੇਂ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਸਿਆਸਤ ਵਿੱਚ ਕਿਵੇਂ ਕੰਡੇ ਬੀਜੇ। ਇਹ ਬਹੁਤ ਸਾਰੇ ਇਤਿਹਾਸਕ ਗੱਲਾਂ ਹਨ ਜਿਹੜੀਆਂ ਮਾਸਟਰ ਤਾਰਾ ਸਿੰਘ ਦੇ ਜੀਵਨ ਤੋਂ ਸਾਨੂੰ ਪਤਾ ਲੱਗਣਗੀਆਂ। ਅੱਜ ਅਸੀਂ ਮਾਸਟਰ ਤਾਰਾ ਸਿੰਘ ਜੀ ਦੇ ਜੀਵਨ ਬਾਰੇ ਗੱਲ ਕਰਾਂਗੇ, ਔਰ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਹਾਜ਼ਰ ਹਨ। ਇਤਿਹਾਸ ਦੇ ਇਸ ਵਿਸ਼ੇ ਨੂੰ ਅੱਜ ਛੂਹ ਰਹੇ ਹਨ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ। ਬੇਨਤੀ ਕਰ ਰਿਹਾ ਹਾਂ ਵੀਰ ਜੀ ਤੇਜਿੰਦਰ ਸਿੰਘ ਜੀ, ਕਿਰਪਾ ਕਰੋ ਆਪ ਜੀ ਇਤਿਹਾਸ ਦੇ ਇਸ ਵਿਸ਼ੇ ਨੂੰ ਸਾਡੇ ਨਾਲ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਅੱਜ ਜਿਸ ਮਹਾਨ ਸਿੱਖ ਨੇਤਾ ਦੀ ਗੱਲ ਕਰ ਰਹੇ ਹਾਂ ਉਹ ਹਨ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ। ਉਹਨਾਂ ਦਾ ਜੋ ਪੀਰੀਅਡ ਹੈ ਇਸ ਧਰਤੀ ਦੇ ਉੱਪਰ ਉਹ 1885 ਦੇ ਉਹਨਾਂ ਦੇ ਜਨਮ ਤੋਂ ਲਾ ਕੇ 1967 ਤੱਕ ਦਾ ਸਮਾਂ ਉਹਨਾਂ ਨੇ ਇਸ ਧਰਤੀ ਤੇ ਬਿਤਾਇਆ ਹੈ। ਔਰ ਆਪ ਜੀ ਇੱਕ ਹਿੰਦੂ ਪਰਿਵਾਰ ਵਿੱਚੋਂ ਜਨਮ ਲੈਣ ਵਾਲੇ ਹੋਣ ਦੇ ਨਾਤੇ ਆਪ ਜੀ ਕਿਵੇਂ ਸਿੰਘ ਸਜੇ, ਔਰ ਫਿਰ ਸਿੰਘ ਵੀ ਇਸ ਤਰੀਕੇ ਦੇ ਸਜੇ ਕਿ ਪਰਪੱਕ ਸਿੱਖੀ ਦੇ ਅੰਦਰ ਹੋ ਕਰਕੇ ਉਹਨਾਂ ਦੂਸਰਿਆਂ ਵਾਸਤੇ ਵੀ ਇੱਕ ਚਾਨਣ ਮੁਨਾਰਾ ਬਣੇ ਕਿ ਸਿੱਖ ਦਾ ਕਰਤੱਵ ਕੀ ਹੈ ਔਰ ਸਿੱਖ ਦੇ ਵਿੱਚ ਕਿਹੜੇ-ਕਿਹੜੇ ਲੀਡਰਸ਼ਿਪ ਦੇ ਗੁਣ ਹੋਣੇ ਚਾਹੀਦੇ ਹਨ ਔਰ ਹਨ। ਉਹ ਸਾਰਿਆਂ ਨੂੰ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਕੌਮ ਦੀ ਅਗਵਾਈ ਕਰਕੇ ਉਸ ਨੂੰ ਕੀਤਾ। ਔਰ ਇੱਥੋਂ ਤੱਕ ਕਿ ਜਿਹੜੀ ਵੀ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਜਾਂ ਜਿਹੜੀ ਉਸ ਵੇਲੇ ਦੀ ਸਭ ਤੋਂ ਉੱਚੀ ਕਾਂਗਰਸ ਪਾਰਟੀ ਸੀ, ਉਹ ਵੀ ਜੇਕਰ ਕੰਬਦੀ ਸੀ ਤਾਂ ਉਹ ਮਾਸਟਰ ਤਾਰਾ ਸਿੰਘ ਜੀ ਤੋਂ ਕੰਬਦੀ ਸੀ। ਔਰ ਮਾਸਟਰ ਤਾਰਾ ਸਿੰਘ ਜੀ ਇੰਨੇ ਦਲੇਰ ਸਨ ਤੇ ਉਹਨਾਂ ਕੋਲੋਂ ਜੋ ਜਿੰਨਾ ਸੀ ਜਿਹੜਾ ਪਾਕਿਸਤਾਨ ਬਣਾਉਣ ਵਾਸਤੇ ਜਿਹਦਾ ਮੁੱਖ ਰੋਲ ਸੀ ਉਹ ਵੀ ਮਾਸਟਰ ਤਾਰਾ ਸਿੰਘ ਜੀ ਤੋਂ ਖੰਭ ਖਾਂਦਾ ਸੀ, ਕਿਉਂਕਿ ਆਪ ਹਾਜ਼ਰ ਜਵਾਬ ਬੜੇ ਸਨ, ਆਪ ਬੜੀ ਦਲੀਲ ਨਾਲ ਗੱਲ ਕਰਦੇ ਸਨ। ਤੋ ਆਓ ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਅੱਜ ਵਿਚਾਰਾਂ ਨੂੰ ਆਰੰਭ ਕਰੀਏ। ਮਾਸਟਰ ਤਾਰਾ ਸਿੰਘ ਸਿੱਖਾਂ ਦੇ ਅਜਿਹੇ ਆਗੂ ਸਨ ਜੋ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ। ਆਪ ਜੀ ਨੇ ਸਾਲ 1921 ਤੋਂ 1967 ਤੱਕ ਪੰਜਾਬ ਦੇ ਸਿਆਸੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਵਿੱਚ ਮੋਹਰੀ ਰੋਲ ਅਦਾ ਕੀਤਾ।
ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣੇ ਸਨ। ਉਹ ਇੱਕੋ ਇੱਕ ਅਜਿਹੇ ਪੰਥਕ ਆਗੂ ਸਨ ਜਿਹੜੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਰਹੇ ਹਨ। ਇਹ ਬਹੁਤ ਵੱਡੀ ਅਚੀਵਮੈਂਟ ਹੈ। ਮਾਸਟਰ ਤਾਰਾ ਸਿੰਘ ਜੀ ਦਾ ਜਨਮ 24 ਜੂਨ 1885 ਨੂੰ ਗੋਪੀ ਚੰਦ ਪਿਤਾ ਜੀ ਤੇ ਮੂਲਾ ਦੇਵੀ ਮਾਤਾ ਜੀ ਦੇ ਗ੍ਰਹਿ ਪਿੰਡ ਹਰਿਆਲ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਵਿਖੇ ਹੋਇਆ। ਆਪ ਜੀ ਇੱਕ ਹਿੰਦੂ ਪਰਿਵਾਰ ਵਿੱਚ ਜਨਮੇ ਸਨ, ਇਸ ਲਈ ਆਪ ਜੀ ਦਾ ਨਾਮ ਬਚਪਨ ਵਿੱਚ ਨਾਨਕ ਚੰਦ ਰੱਖਿਆ ਗਿਆ ਸੀ। ਨਾਨਕ ਚੰਦ ਨੇ ਆਪਣੇ ਪਿੰਡ ਹਰਿਆਲ ਵਿਖੇ ਕੋਈ ਸਕੂਲ ਨਾ ਹੋਣ ਕਰਕੇ ਲਾਗਲੇ ਪਿੰਡ ਦੇ ਸਕੂਲ ਵਿੱਚ ਦਾਖਲਾ ਲਿਆ। ਹਰਨਾਲ ਲਾਗਲਾ ਪਿੰਡ ਸੀਗਾ, ਨੇੜੇ ਦਾ ਪਿੰਡ ਸੀਗਾ, ਉੱਥੇ ਆਪ ਜੀ ਨੇ, ਨਾਨਕ ਚੰਦ ਜੀ ਨੇ ਦਾਖਲਾ ਲਿਆ। ਪ੍ਰਾਇਮਰੀ ਦੀ ਸਿੱਖਿਆ ਉੱਥੋਂ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਨੂੰ ਰਾਵਲਪਿੰਡੀ ਮਿਸ਼ਨ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਆਓ ਦੇਖੀਏ ਹੁਣ ਨਾਨਕ ਚੰਦ ਤੋਂ ਤਾਰਾ ਸਿੰਘ ਕਿਵੇਂ ਬਣੇ। ਇਹ ਗੱਲ 1900 ਸੰਨ ਦੀ ਹੈ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲੇ ਰਾਵਲਪਿੰਡੀ ਵਿੱਚ ਧਰਮ ਪ੍ਰਚਾਰ ਔਰ ਅੰਮ੍ਰਿਤ ਸੰਚਾਰ ਕਰ ਰਹੇ ਸਨ। ਇੱਕ ਦਿਨ ਨਾਨਕ ਚੰਦ ਆਪਣੇ ਪਿੰਡੋਂ ਰਾਵਲਪਿੰਡੀ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦਾ ਮੇਲ ਕੁਝ ਨੌਜਵਾਨਾਂ ਨਾਲ ਹੋਇਆ ਜੋ ਬਾਬਾ ਅਤਰ ਸਿੰਘ ਦੇ ਦਰਸ਼ਨ ਕਰਨ ਲਈ ਰਾਵਲਪਿੰਡੀ ਜਾ ਰਹੇ ਸਨ। ਨਾਨਕ ਚੰਦ ਵੀ ਉਹਨਾਂ ਦੇ ਨਾਲ ਤੁਰ ਪਏ। ਡੇਰਾ ਖਾਲਸਾ ਪਹੁੰਚ ਕੇ ਸੰਤ ਅਤਰ ਸਿੰਘ ਜੀ ਦੇ ਵਿਚਾਰ ਸੁਣਨ ਉਪਰੰਤ ਨਾਨਕ ਚੰਦ ਜੀ ਇੰਨਾ ਪ੍ਰਭਾਵਿਤ ਹੋਏ ਕਿ ਅੰਮ੍ਰਿਤ ਛਕਣ ਲਈ ਇੱਕਦਮ ਤਿਆਰ ਹੋ ਗਏ। ਆਪ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਆਪ ਜੀ ਦਾ ਨਾਮ ਨਾਨਕ ਚੰਦ ਤੋਂ ਤਾਰਾ ਸਿੰਘ ਰੱਖਿਆ ਗਿਆ। ਸੰਤ ਅਤਰ ਸਿੰਘ ਜੀ ਨੇ ਕਿਹਾ ਕਿ ਨਾਨਕ ਚੰਦ, ਹੁਣ ਤੂੰ ਤਾਰਾ ਸਿੰਘ ਹੈ ਤੇ ਤੂੰ ਆਪਣੀ ਜ਼ਿੰਦਗੀ ਵਿੱਚ ਤਾਰਾ ਬਣ ਕੇ ਚਮਕੇਗਾ। ਜਦੋਂ ਨਾਨਕ ਸਿੰਘ ਦਸਤਾਰ ਸਜਾ ਕੇ ਅਤੇ ਕਿਰਪਾਨ ਪਾ ਕੇ ਘਰ ਪਹੁੰਚੇ ਤਾਂ ਪਿਤਾ ਅਤੇ ਵੱਡੇ ਭਰਾ ਨੇ ਨਾਰਾਜ਼ਗੀ ਜਤਾਈ। ਉਹਨਾਂ ਨੇ ਕਿਹਾ ਵੀ ਇਹ ਤੂੰ ਕੀ ਬਣ ਕੇ ਆ ਗਿਆ ਹੈ। ਤੇ ਇਸ ਤਰ੍ਹਾਂ ਜਿਹੜੀ ਮਨ ਦੇ ਵਿੱਚ ਤਾਰਾ ਸਿੰਘ ਬਣਨ ਤੋਂ ਬਾਅਦ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਆਪਣਾ ਸਿੱਖੀ ਦਾ ਵਿਸ਼ਵਾਸ, ਸਿੱਖੀ ਸਿਦਕ ਤੇ ਪੰਥਕ ਪਿਆਰ ਅਥਾਹ ਪੈਦਾ ਹੋਇਆ ਸੀ। ਉਹ ਨਿਤ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ, ਨਿਤਨੇਮ ਕਰਦੇ ਤੇ ਇਕੱਲੇ ਹੀ ਬੜੀ ਸ਼ਰਧਾ ਨਾਲ ਗਾਉਂਦੇ ਰਹਿੰਦੇ ਸਨ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਉਹ ਹਮੇਸ਼ਾ ਕਹਿੰਦੇ ਸਨ ਕਿ ਨਿਮਾਣੇ ਗੁਰਸਿੱਖ ਨੂੰ ਸੇਵਾ ਬਦਲੇ ਪ੍ਰਭਤਾ ਮਿਲਦੀ ਹੈ, ਪਰ ਉਹ ਹੰਕਾਰ ਵਸ ਹੋ ਕੇ ਉਸ ਨੂੰ ਆਪਣੀ ਨਿੱਜੀ ਪ੍ਰਭਤਾ ਸਮਝ ਕੇ ਪੰਥ ਵਿਰੋਧ ਵਰਤਣਾ ਸ਼ੁਰੂ ਕਰ ਦਿੰਦੇ ਹਨ। ਅਗਰ ਉਹਨਾਂ ਨੂੰ ਕੋਈ ਕਹਿੰਦਾ ਕਿ ਮਾਸਟਰ ਜੀ ਮੈਂ ਤੁਹਾਡੇ ਨਾਲ ਹਾਂ, ਤੇ ਉਹ ਹਮੇਸ਼ਾ ਕਿਹਾ ਕਰਦੇ ਕਿ ਅੱਜ ਅਗਰ ਤੁਸੀਂ ਮੇਰੇ ਨਾਲ ਹੋ ਤੇ ਕੱਲ ਕਿਸੇ ਹੋਰ ਨਾਲ ਹੋ ਸਕਦੇ ਹੋ। ਜੋ ਪੰਥ ਨਾਲ ਹੈ ਉਹੀ ਮੇਰੇ ਨਾਲ ਹੈ। ਕਿੰਨੀ ਵੱਡੀ ਗੱਲ ਉਸ ਵੇਲੇ ਵੀ ਮਾਸਟਰ ਤਾਰਾ ਸਿੰਘ ਜੀ ਦੇ ਮਨ ਵਿੱਚ ਸੀਗਾ ਕਿ ਜਿਹੜਾ ਪੰਥ ਦਾ ਹੋ ਗਿਆ ਉਹੀ ਮੇਰੇ ਨਾਲ ਵੀ ਜਿਹੜਾ ਹੈ ਉਹ ਮਿੱਤਰਤਾ ਨਿਭਾਏਗਾ, ਤੇ ਜਿਹੜਾ ਪੰਥ ਦਾ ਨਹੀਂ ਹੋਇਆ ਉਹ ਮੇਰਾ ਵੀ ਨਹੀਂ ਹੋ ਸਕਦਾ। ਰਾਵਲਪਿੰਡੀ ਪੜ੍ਹਾਈ ਖਤਮ ਕਰਕੇ ਤਾਰਾ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਦਾਖਲਾ ਲਿਆ। ਮਾਸਟਰ ਤਾਰਾ ਸਿੰਘ ਜੀ ਦੇ ਕਾਲਜ ਦੀ ਪੜ੍ਹਾਈ ਸਮੇਂ ਹੀ ਆਪ ਬੜੇ ਸੁਚਾਰੂ ਤੇ ਅਗਾਂਹ-ਵਧੂ ਖਿਆਲ ਵਾਲੇ ਸਨ। ਕਾਲਜ ਦੇ ਬਹੁਤੇ ਵਿਦਿਆਰਥੀ ਉਹਨਾਂ ਨੂੰ ਆਪਣਾ ਆਗੂ ਮੰਨਦੇ ਸਨ। ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਈ ਕਰਦੇ ਸਮੇਂ ਹੀ ਮਾਸਟਰ ਤਾਰਾ ਸਿੰਘ ਦਾ ਵਿਆਹ ਰਾਵਲਪਿੰਡੀ ਦੇ ਪਿੰਡ ਧਮਿਆਲ ਵਿਖੇ ਸਰਦਾਰ ਮੰਗਲ ਸਿੰਘ ਦੇ ਬੇਟੀ ਨਾਲ ਹੋ ਗਿਆ। ਮਾਸਟਰ ਜੀ ਦਾ ਰਾਜਸੀ ਜੀਵਨ ਕਾਲਜ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਜੀ ਅਸਲ ਵਿੱਚ ਧਾਰਮਿਕ ਬਿਰਤੀ ਦੇ ਮਨੁੱਖ ਸਨ, ਪਰ ਸਮੇਂ ਤੇ ਸਿੱਖਾਂ ਦੇ ਰਾਜਸੀ ਹਾਲਾਤਾਂ ਨੇ ਆਪ ਜੀ ਨੂੰ ਸਿਆਸਤ ਦੇ ਕੇਂਦਰ ਵਿੱਚ ਲਿਆ ਖੜਾ ਕੀਤਾ। ਕਾਲਜ ਦੀ ਪੜ੍ਹਾਈ ਪਿੱਛੋਂ ਮਾਸਟਰ ਜੀ ਲਾਇਲਪੁਰ ਚਲੇ ਗਏ ਅਤੇ ਉੱਥੋਂ ਦੇ ਲੋਕਾਂ ਦੀ ਸਹਾਇਤਾ ਨਾਲ ਖਾਲਸਾ ਹਾਈ ਸਕੂਲ ਲਾਇਲਪੁਰ ਦੀ ਸਥਾਪਨਾ ਕੀਤੀ।
ਉਸ ਵੇਲੇ ਉਹਨਾਂ ਦੀ ਤਨਖਾਹ 150 ਰੁਪਇਆ ਸੀ, ਪਰ ਸਿਰਫ ਆਪਣੀ ਦਾਲ ਰੋਟੀ ਲਈ 15 ਰੁਪਏ ਲੈਂਦੇ ਤੇ ਬਾਕੀ ਸਕੂਲ ਦੇ ਫੰਡ ਵੀ ਜਮ੍ਹਾਂ ਕਰਾ ਦਿੰਦੇ। ਕਿੰਨਾ ਆਪਾ ਵਾਰਨ ਦੀ ਭਾਵਨਾ ਮਾਸਟਰ ਜੀ ਦੇ ਮਨ ਵਿੱਚ ਉਸ ਸਮੇਂ ਵੀ ਸੀ। ਆਪ ਜੀ ਨੇ 1909 ਈਸਵੀ ਨੂੰ ਲਾਇਲਪੁਰ ਤੋਂ ਸਪਤਾਹ ਪੱਤਰ ਸੱਚਾ ਢੰਡੋਰਾ ਜਾਰੀ ਕੀਤਾ ਅਤੇ ਇਸ ਅਖਬਾਰ ਰਾਹੀਂ ਮਾਸਟਰ ਜੀ ਨੇ ਰਾਜਨੀਤੀ ਵਿੱਚ ਪਹਿਲਾ ਕਦਮ ਰੱਖਿਆ। 1920 ਈਸਵੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਅਤੇ 1921 ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉਪਰੰਤ ਸਕੂਲ ਤੋਂ ਨੌਕਰੀ ਛੱਡ ਦਿੱਤੀ ਤੇ ਸ਼੍ਰੋਮਣੀ ਕਮੇਟੀ ਦੇ ਆਪ ਜੀ ਸਕੱਤਰ ਨਿਯੁਕਤ ਹੋਏ। ਆਪ ਜੀ ਪਹਿਲੀ ਵਾਰੀ 1921 ਵਿੱਚ ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫਤਾਰ ਹੋਏ। ਆਪ ਜੀ ਦੀ ਦੂਜੀ ਗ੍ਰਿਫਤਾਰੀ ਅਗਸਤ 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਹੋਈ। ਜੁਲਾਈ 1930 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੁਆਰਾ ਗੱਦੀਆਂ ਲਾਉਣ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਨਾਂ ਨੂੰ ਹੀ ਕਾਨੂੰਨ ਦੇ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫਤਾਰ ਕਰ ਲਏ, ਜਿਨ੍ਹਾਂ 'ਚ ਮਾਸਟਰ ਤਾਰਾ ਸਿੰਘ ਜੀ ਵੀ ਸਨ। ਆਪ ਜੀ ਤੇ ਲਾਹੌਰ ਸੈਂਟਰਲ ਜੇਲ੍ਹ ਅਤੇ ਲਾਹੌਰ ਕਿਲੇ ਵਿੱਚ ਕੇਸ ਚਲਾਇਆ ਗਿਆ। 1925 ਵਿੱਚ ਜਦੋਂ ਗੁਰਦੁਆਰਾ ਐਕਟ ਪਾਸ ਹੋਇਆ, ਸਰ ਮੈਲਕਮ ਹੈਲੀ ਗਵਰਨਰ ਪੰਜਾਬ ਨੇ ਗ੍ਰਿਫਤਾਰ ਲੀਡਰਾਂ ਦੀ ਰਿਹਾਈ ਲਈ ਸ਼ਰਤ ਰੱਖ ਦਿੱਤੀ। ਗਵਰਨਰ ਫੁੱਟ ਪਾਉਣ ਵਿੱਚ ਕਾਮਯਾਬ ਰਿਹਾ। ਉਸ ਸਮੇਂ ਲਾਹੌਰ ਕਿਲੇ ਵਿੱਚ 40 ਲੀਡਰ ਸਨ। ਉਹਨਾਂ ਚੋਂ 23 ਲੀਡਰ 25 ਜਨਵਰੀ 1926 ਨੂੰ ਸ਼ਰਤਾਂ ਪ੍ਰਵਾਨ ਕਰਕੇ ਰਿਹਾ ਹੋ ਗਏ। ਜਿਨ੍ਹਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ, ਉਹਨਾਂ ਵੀ ਸਨ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ, ਮਾਸਟਰ ਤਾਰਾ ਸਿੰਘ ਅਤੇ ਸੇਵਾ ਸਿੰਘ ਠੀਕਰੀ ਵਾਲਾ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਉਹ ਪ੍ਰਮੁੱਖ ਸਨ। 17 ਜੁਲਾਈ 1926 ਨੂੰ ਤੇਜਾ ਸਿੰਘ ਸਮੁੰਦਰੀ ਦੀ ਜੇਲ੍ਹ ਵਿੱਚ ਹੀ ਉਹ ਅਕਾਲ ਚਲਾਣਾ ਕਰ ਗਏ। ਉਸ ਤੋਂ ਬਾਅਦ ਬਾਕੀ ਦੇ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ। ਇਸ ਤਰ੍ਹਾਂ ਸਿੱਖਾਂ ਦੇ ਦੋ ਧੜੇ ਬਣ ਗਏ। ਜਦੋਂ 1926 ਵਿੱਚ ਜੇਲੋਂ ਬਾਹਰ ਆਏ ਤਾਂ ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਜੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਮੁਸਲਿਮ ਲੀਗ ਦੇ ਆਗੂ ਮਾਸਟਰ ਤਾਰਾ ਸਿੰਘ ਨੂੰ ਸਰਦਾਰ ਪਟੇਲ ਨਾਲ ਮੇਲਦੇ ਹੁੰਦੇ ਸਨ। ਉਹ ਕਿਹਾ ਕਰਦੇ ਸਨ ਕਿ ਇਹ ਸਿੱਖ ਆਗੂ ਆਪਣੇ ਇਰਾਦਿਆਂ ਦਾ ਪੱਕਾ ਤੇ ਲੋਹੇ ਵਰਗਾ ਮਜ਼ਬੂਤ ਹੈ। ਇਸ ਨੇ ਕਦੇ ਵੀ ਅੰਗਰੇਜ਼ਾਂ ਦੀ ਅਧੀਨਗੀ ਨਹੀਂ ਸੀ ਮੰਨੀ। ਮੁਲਕ ਦੀ ਵੰਡ ਸਮੇਂ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਬਹੁਤ ਵੱਡਾ ਹੱਥ ਸੀ। ਜੇ ਮਾਸਟਰ ਤਾਰਾ ਸਿੰਘ ਨੇ ਆਪਣਾ ਬੇਮਿਸਾਲ ਰੋਲ ਨਾ ਨਿਭਾਇਆ ਹੁੰਦਾ ਤਾਂ ਅੱਜ ਦੇਸ਼ ਦੀਆਂ ਹੱਦਾਂ ਹੋਰ ਹੋਣੀਆਂ ਸਨ। ਉਹਨਾਂ ਨੇ ਆਪਣੀ ਨਿੱਜੀ ਇੰਟਰਸਟ ਤੋਂ ਉੱਪਰ ਉੱਠ ਕੇ ਕੀਤੀ ਗਈ ਸਿਆਸਤ ਦਾ ਕੇਂਦਰੀ ਨੁਕਤਾ ਘੱਟ ਗਿਣਤੀ ਸਿੱਖਾਂ ਕੌਮ ਦੀ ਸਲਾਮਤੀ ਸੀ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਿੱਖਾਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਮਾਸਟਰ ਤਾਰਾ ਸਿੰਘ ਕਾਂਗਰਸੀ ਲੀਡਰਾਂ ਤੋਂ ਸਿੱਖਾਂ ਦੇ ਵਿਸ਼ੇਸ਼ ਹੱਕਾਂ ਦੀ ਰਾਖੀ ਲਈ ਸੰਵਿਧਾਨਕ ਗਰੰਟੀਆਂ ਦਾ ਵਾਅਦਾ ਲੈਣ ਵਿੱਚ ਸਫਲ ਹੋਏ ਸਨ। ਇਹ ਮਾਸਟਰ ਤਾਰਾ ਸਿੰਘ ਹੀ ਸਨ ਜਿਨ੍ਹਾਂ ਨੇ ਪੰਥਕ ਏਜੰਡੇ ਨੂੰ ਕੌਮੀ ਪੱਧਰ ਉੱਤੇ ਲੈ ਕੇ ਖੜਾ ਕੀਤਾ ਅਤੇ ਮੁਲਕ ਦੀ ਵੰਡ ਤੋਂ ਪਹਿਲਾਂ ਸਰਕਾਰ ਨੂੰ ਮਜਬੂਰ ਕੀਤਾ ਕਿ ਸਿੱਖਾਂ ਨੂੰ ਇੱਕ ਤੀਜੀ ਧਿਰ ਮੰਨ ਕੇ ਗੱਲਬਾਤ ਵਿੱਚ ਸ਼ਾਮਲ ਕੀਤਾ ਜਾਵੇ। ਇਹਨਾਂ ਨੇ ਬੜੀ ਸਿਆਣਪ ਨਾਲ ਸਿੱਖਾਂ ਦੀਆਂ ਉਮੰਗਾਂ ਨੂੰ ਮੁਲਕ ਦੀ ਆਜ਼ਾਦੀ ਨਾਲ ਜੋੜ ਕੇ ਇੱਕ ਘੱਟ ਗਿਣਤੀ ਲਈ ਆਜ਼ਾਦ ਭਾਰਤ ਵਿੱਚ ਵਿਸ਼ੇਸ਼ ਥਾਂ ਬਣਾਈ। ਮਾਸਟਰ ਤਾਰਾ ਸਿੰਘ ਜੀ ਵੱਲੋਂ ਆਜ਼ਾਦੀ ਤੋਂ ਪਹਿਲਾਂ ਹੁੰਦੀ ਰਹੀ ਗੱਲਬਾਤ ਵਿੱਚ ਨਿਤੜਕ ਹੋ ਕੇ ਨਿਭਾਏ ਗਏ ਰੋਲ ਨੇ ਹੀ ਮੁਲਕ ਦੀ ਵੰਡ ਲਈ ਖਿੱਚੀ ਗਈ ਲਕੀਰ ਦੀ ਥਾਂ ਨਿਸ਼ਚਿਤ ਕਰਤੀ ਸੀ। ਕੌਮ ਨਾਲ ਇਮਾਨਦਾਰੀ ਤੇ ਵਫਾਦਾਰੀ ਉਹਨਾਂ ਦੀ ਸਿਖਰ ਤੇ ਸੀ। ਇੱਕ ਦਿਨ ਉਹ ਆਪਣੇ ਦਫ਼ਤਰ ਦੇ ਤੋਂ ਵਿਹਲੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਬੈਠੇ ਹੋਏ ਸੀ ਕਿ ਇੱਕ ਸੱਜਣ ਜਦੋਂ ਆਪਣੇ ਦਫ਼ਤਰ ਨਾ ਮਿਲੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਆਪਣੇ ਕਿਸੇ
ਦਸਤਾਵੇਜ਼ ਤੇ ਦਸਤਖਤ ਕਰਾਉਣ ਆ ਗਿਆ। ਮਾਸਟਰ ਜੀ ਨੇ ਕਿਹਾ ਕਿ ਮੇਰੇ ਦਫ਼ਤਰ ਆ ਜਾਣਾ, ਮੈਂ ਕਰ ਦਿਆਂਗਾ। ਉਹ ਕਹਿਣ ਲੱਗੇ, ਤੁਸੀਂ ਸਿਰਫ ਘੁੱਗੀ ਹੀ ਤੇ ਮਾਰਨੀ ਹੈ, ਇੱਥੇ ਹੀ ਮਾਰ ਦਿਓ। ਤਾਂ ਉਹਨਾਂ ਦਾ ਜਵਾਬ ਸੀ, ਇੱਥੇ ਸਿਆਹੀ ਦੀ ਦਵਾਤ ਵੀ ਗੋਲਕ ਦੇ ਪੈਸਿਆਂ ਤੋਂ ਆਉਂਦੀ ਹੈ। ਮੇਰਾ ਧਰਮ ਨਹੀਂ ਮੈਂ ਦਸਤਖਤ ਕਰਨ ਲਈ ਗੋਲਕ ਦੀ ਖਰੀਦੀ ਸਿਆਹੀ ਦਾ ਇਸਤੇਮਾਲ ਕਰਾਂ। ਵਾਹ ਵਾਹ, ਮਾਸਟਰ ਤਾਰਾ ਸਿੰਘ ਕਿੰਨੇ ਉੱਚੇ ਕਿਰਦਾਰ ਦੇ ਮਾਲਕ ਸਨ। ਔਰ ਅੱਜ ਦੇਖੋ ਕਿਸ ਤਰ੍ਹਾਂ ਗੁਰੂ ਦੀ ਗੋਲਕ ਜਿਹੜੀ ਹੈ ਉਸ ਨੂੰ ਜਿਹੜਾ ਹੈ ਆਪਣੇ ਪਰਸਨਲ ਤੇ ਕਾਂ ਵਾਸਤੇ ਵਰਤਿਆ ਜਾ ਰਿਹਾ ਹੈ। ਮਾਸਟਰ ਤਾਰਾ ਸਿੰਘ ਹੀ ਸਨ ਜਿਹੜੇ ਆਪਣੇ ਘਰੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਆਉਂਦੇ ਸਨ ਤਾਂ ਸਾਈਕਲ ਤੇ ਆਉਂਦੇ ਸਨ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਮਾਸਟਰ ਜੀ ਤੁਸੀਂ ਇੰਨੇ ਉੱਚੇ ਅਹੁਦੇ ਤੇ ਹੋ ਤੇ ਤੁਸੀਂ ਜਿਹੜੀ ਕਾਰ ਹੈ ਉਹਦਾ ਇਸਤੇਮਾਲ ਕਿਉਂ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਦੀ? ਤਾਂ ਉਹਨਾਂ ਕਿਹਾ, ਮੇਰਾ ਘਰ ਤੋਂ ਇੱਥੇ ਦਾ ਸਫ਼ਰ ਜਿਹੜਾ ਉਹ ਮੇਰਾ ਨਿੱਜੀ ਸਫ਼ਰ ਹੈ ਤੇ ਜਿਹੜੀ ਕਾਰ ਹੈ ਜਿਹੜੀ ਉਹ ਕੇਵਲ ਪੰਥਕ ਕੰਮਾਂ ਵਾਸਤੇ ਹੀ ਇਸਤੇਮਾਲ ਹੋ ਸਕਦੀ ਹੈ। ਸਾਈਮਨ ਕਮਿਸ਼ਨ 1928 ਵਿੱਚ ਜਦ ਭਾਰਤ ਆਇਆ ਤਾਂ ਉਸਦੇ ਖਿਲਾਫ ਮੁਜ਼ਾਹਰੇ ਕਰਨ ਵਾਲਿਆਂ ਵਿੱਚ ਮਾਸਟਰ ਤਾਰਾ ਸਿੰਘ ਜੀ ਸਭ ਤੋਂ ਅੱਗੇ ਸਨ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵਾਰ ਪ੍ਰਧਾਨ ਬਣੇ। ਮਾਸਟਰ ਜੀ ਇੱਕ ਸਮੇਂ ਸ਼੍ਰੋਮਣੀ ਅਕਾਲੀ ਦਲ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਲੀਗ ਤਿੰਨੇ ਸੰਸਥਾਵਾਂ ਦੇ ਪ੍ਰਧਾਨ ਰਹੇ ਹਨ, ਜਿਵੇਂ ਉੱਪਰ ਮੈਂ ਬੇਨਤੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਆਲ ਇੰਡੀਆ ਕਾਨਫਰੰਸ ਅਕਾਲੀ ਕਾਨਫਰੰਸ 9-10 ਫਰਵਰੀ 1940 ਈਸਵੀ ਨੂੰ ਜਥੇਦਾਰ ਤੇਜਾ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਅਟਾਰੀ ਵਿਖੇ ਹੋਈ, ਜਿੱਥੇ ਸਿੱਖ ਹੱਕਾਂ ਦੀ ਰਖਵਾਲੀ ਖਾਤਰ ਅਕਾਲ ਰੈਜੀਮੈਂਟ ਬਣਾਈ ਗਈ, ਜਿਸ ਦੇ ਮਾਸਟਰ ਤਾਰਾ ਸਿੰਘ ਪਹਿਲੇ ਜਿਹੜੇ ਹਨ ਉਹ ਹੈੱਡ ਬਣੇ। ਉਹਨਾਂ ਨੂੰ ਆਜ਼ਾਦ ਭਾਰਤ ਵਿੱਚ ਕਦੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ, ਕਦੇ ਪੰਜਾਬੀ ਸੂਬੇ ਦੀ ਮੰਗ ਲਈ ਅਤੇ ਕਦੇ ਸਿੱਖਾਂ ਦੀ ਮੰਗਾਂ ਦੀ ਖਾਤਰ ਕਈ ਵਾਰ ਗ੍ਰਿਫਤਾਰ ਕੀਤਾ ਗਿਆ। ਮਾਸਟਰ ਤਾਰਾ ਸਿੰਘ ਜੀ ਦਾ ਨਿੱਜੀ ਜੀਵਨ ਬੜਾ ਉੱਚਾ ਔਰ ਸੁੱਚਾ ਸੀ। 1947-48 ਦੀ ਗੱਲ ਹੈ ਕਿ ਆਪ ਹਮੇਸ਼ਾ ਹੀ ਬੜੇ ਸਾਦੇ ਵਸਤਰਾਂ ਵਿੱਚ ਹੀ ਰਹਿੰਦੇ ਸਨ। ਔਰ ਜਿਵੇਂ ਆਪ ਜੀ ਨੇ ਹੁਣੇ ਸਕਰੀਨ ਦੇ ਉੱਪਰ ਸ਼ਾਟ ਵੀ ਦੇਖਿਆ ਹੈ ਕਿ ਮਾਸਟਰ ਤਾਰਾ ਸਿੰਘ ਦੀ ਰਿਕਸ਼ੇ ਦੇ ਉੱਤੇ ਬੈਠੇ ਹੋਏ ਹਨ। ਕੌਮ ਦੇ ਇੰਨੇ ਉੱਚੇ ਲੈਵਲ ਦੇ ਉੱਪਰ ਅਕਾਲੀ ਦਲ, ਸ਼੍ਰੋਮਣੀ ਕਮੇਟੀ ਔਰ ਸਿੱਖ ਲੀਗ ਦੇ ਵੀ ਉਹ ਪ੍ਰਧਾਨ ਹੋਣ ਦੇ ਬਾਵਜੂਦ ਵੀ ਕਿੰਨੇ ਉਹ ਡਾਊਨ ਟੂ ਅਰਥ ਸਨ ਕਿ ਆਪਣਾ ਨਿੱਜੀ ਪੈਸੇ ਖਰਚ ਕੇ ਰਿਕਸ਼ੇ ਤੇ ਚੱਲ ਕੇ ਉਹ ਜਿਹੜੇ ਹਨ ਉਹ ਪੰਥਕ ਕਾਰਜਾਂ ਵਿੱਚ ਆਉਂਦੇ ਸਨ। ਮਾਸਟਰ ਤਾਰਾ ਸਿੰਘ ਤੇ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਉਹਨਾਂ ਨੇ 1947 ਵਿੱਚ ਸਿੱਖ ਸਟੇਟ ਨਹੀਂ ਮੰਗੀ, ਜਦ ਕਿ ਅੰਗਰੇਜ਼ ਉਹਨਾਂ ਨੂੰ ਕੁਝ ਦੇਣਾ ਚਾਹੁੰਦੇ ਸਨ। ਇਹ ਇਸ਼ੂ ਆਪਣੇ ਇਸ ਕਲਾਸ ਵਿੱਚ ਵੀ ਕਈ ਵਾਰੀ ਡਿਸਕਸ ਹੋਇਆ ਹੈ। ਸਰ ਅਵਤਾਰ ਸਿੰਘ ਜੀ ਯੂਕੇ ਵਾਲਿਆਂ ਨੇ ਵੀ ਆਪਣੇ ਲੈਕਚਰ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਔਰ ਜਿਹੜੇ ਪਾਕਿਸਤਾਨ ਤੋਂ ਜਿਹੜੇ ਲਿਟਰੇਰੀ ਪਰਸਨ ਆਏ ਸਨ ਉਹਨਾਂ ਨੇ ਵੀ ਇਸ ਵਿਸ਼ੇ ਦੇ ਉੱਪਰ ਆਪਣੇ ਵਿਚਾਰ ਦਿੱਤੇ ਹਨ। ਮਾਸਟਰ ਤਾਰਾ ਸਿੰਘ ਤੇ ਆਮ ਤੌਰ ਤੇ ਦੋਸ਼ ਲੱਗਦਾ ਸੀ ਕਿ 1947 ਦੀ ਵੰਡ ਸਮੇਂ ਅੰਗਰੇਜ਼ ਉਹਨਾਂ ਨੂੰ ਕੋਈ ਦੇਣਾ ਚਾਹੁੰਦੇ ਸਨ, ਪਰ ਆਪ ਨੇ ਸਿੱਖ ਸਟੇਟ ਨਹੀਂ ਮੰਗੀ। ਪਰ ਅਸਲੀਅਤ ਕੁਝ ਹੋਰ ਸੀ, ਜੋ ਆਪ ਜੀ ਦੇ ਨਾਲ ਮੈਂ ਸਾਂਝੀ ਕਰਦਾ ਹਾਂ। ਰਾਜ ਗੋਪਾਲਾ ਆਚਾਰੀਆ ਦੀ ਸਲਾਹ ਨਾਲ ਸਿੱਖ ਲੀਡਰਾਂ ਦਾ ਡੈਪੂਟੇਸ਼ਨ ਲਾਰਡ ਵੇਵਲ ਨੂੰ 1946 ਵਿੱਚ ਮਿਲਿਆ ਤੇ ਸਟੇਟ ਦੇ ਮੈਮੋਰੰਡਮ ਨੂੰ ਦੁਹਰਾਇਆ। ਲਾਰਡ ਵੇਵਲ ਨੇ ਉਹਨਾਂ ਨੂੰ ਮਿਸਟਰ ਜਿਨਾਹ ਨਾਲ ਗੱਲਬਾਤ ਕਰਨ ਦਾ ਸੁਜੈਸ਼ਨ ਦਿੱਤਾ। ਆਪ ਉਹ ਸਿੱਖਾਂ ਨੂੰ ਕੁਝ ਨਹੀਂ ਸੀ ਦੇਣਾ ਚਾਹੁੰਦੇ। ਮਿਸਟਰ ਜਿਨਾਹ ਸਿੱਖਾਂ ਨੂੰ ਪਾਕਿਸਤਾਨ ਵਿੱਚ ਰਹਿ ਕੇ ਚਨਾਬ ਤੋਂ ਜਮਨਾ ਤੱਕ ਅੰਦਰੂਨੀ ਖੁਦਮੁਖਤਿਆਰੀ ਦੇਣ ਨੂੰ ਤਿਆਰ ਸੀ, ਜੇ ਸਿੱਖ ਪਾਕਿਸਤਾਨ ਦੀ ਵਿਰੋਧਤਾ ਛੱਡ ਦੇਣ ਤਾਂ ਇਸ ਕੰਡੀਸ਼ਨ ਨਾਲ। ਪਰ ਜਦ ਸਿੱਖਾਂ ਨੇ ਵੱਖਰੇ ਹੋਣ ਦਾ ਹੱਕ ਮੰਗਿਆ, ਜਿਵੇਂ ਰੂਸੀ ਸਿਆਸਤ ਕੋਲ ਹੈ, ਤਾਂ ਨਾ ਕਰ ਦਿੱਤੀ, ਜਿਸ ਤੋਂ ਗੱਲਬਾਤ ਜਿਨ੍ਹਾਂ ਦੇ ਨਾਲ ਮਾਸਟਰ ਜੀ ਦੀ ਟੁੱਟ ਗਈ। ਲਾਰਡ ਵੇਵਲ ਨੂੰ ਸਿੱਖ ਦੁਬਾਰਾ ਮਿਲੇ
ਤਾਂ ਉਸਨੇ ਬਹੁ ਗਿਣਤੀ ਦੇ ਆਧਾਰ ਤੇ ਦੇਸ਼ ਦੀ ਵੰਡ ਕਰਨ ਦੇ ਫੈਸਲੇ ਨੂੰ ਦੁਹਰਾਇਆ। ਇਸ ਲਈ ਅਕਾਲੀ ਦਲ ਵਰਕਿੰਗ ਕਮੇਟੀ ਨੇ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਹਿੰਦੂਆਂ ਨਾਲ ਰਹਿਣ ਦਾ ਫੈਸਲਾ ਕਰ ਲਿਆ। ਇਹ ਫੈਸਲਾ ਸਾਰੀ ਅਕਾਲੀ ਦਲ ਵਰਕਿੰਗ ਕਮੇਟੀ ਦਾ ਫੈਸਲਾ ਸੀ, ਨਾ ਕਿ ਇਕੱਲੇ ਮਾਸਟਰ ਤਾਰਾ ਸਿੰਘ ਜੀ ਦਾ, ਕਿਉਂਕਿ ਉਸ ਵਕਤ ਮੁਸਲਮਾਨ ਸਿੱਖਾਂ ਲਈ ਹੈਜੇ ਸਮਾਨ ਬਣੇ ਗਏ ਅਤੇ ਹਿੰਦੂ ਟੀਵੀ ਦੇ ਸਮਾਨ। ਉਹ ਕਹਿੰਦੇ ਸਨ ਕਿ ਹੈਜੇ ਦਾ ਉਸ ਸਮੇਂ ਇਲਾਜ ਨਹੀਂ ਸੀ ਕੀਤਾ ਜਾ ਸਕਦਾ ਤੇ ਫੌਰਨ ਮੌਤ ਹੋ ਜਾਂਦੀ ਸੀ, ਪਰ ਹਿੰਦੂਆਂ ਦੀ ਦਿੱਤੀ ਟੀਬੀ ਨਾਲ ਕੁਝ ਸਮਾਂ ਜੀਵਿਆ ਜਾ ਸਕਦਾ ਸੀ ਤੇ ਸਮੇਂ ਸਿਰ ਇਲਾਜ ਵੀ ਕਰਵਾਇਆ ਜਾ ਸਕਦਾ ਸੀ। ਸੋ ਕਮੇਟੀ ਨੇ ਬੇਦਿਲੇ ਹਿੰਦੂਆਂ ਨਾਲ ਰਹਿਣਾ ਸਵੀਕਾਰ ਕਰ ਲਿਆ। ਕਿੰਨੀ ਪੋਲੀਟੀਕਲ ਜਿਹੜੀ ਹੈ ਇਸ ਵਕਤ ਉਹਨਾਂ ਨੇ ਆਪਣੀ ਦੂਰਦ੍ਰਿਸ਼ਟੀ ਜਿਹੜੀ ਹੈ ਉਹ ਦੱਸੀ ਹੈ। ਇਹ ਅਲੱਗ ਗੱਲ ਹੈ ਕਿ ਬਾਅਦ ਵਿੱਚ ਜਿਹੜੇ ਹਿੰਦੂ ਲੀਡਰ ਜਿਹੜੇ ਮਹਾਤਮਾ ਗਾਂਧੀ ਔਰ ਪੰਡਿਤ ਨਹਿਰੂ ਵਰਗੇ ਔਰ ਪਟੇਲ ਵਰਗੇ ਜਿਹੜੇ ਸਨ, ਜਿਨ੍ਹਾਂ ਨੇ ਪ੍ਰੋਮਿਸ ਜਿਹੜੇ ਕੀਤੇ ਸਨ ਸਿੱਖਾਂ ਦੇ ਨਾਲ, ਉਹ ਉਹਨਾਂ ਨੇ ਵਫਾਦਾਰੀ ਨਾਲ ਨਹੀਂ ਨਿਭਾਇਆ। ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਪੰਡਿਤ ਨਹਿਰੂ ਤੇ ਪਟੇਲ ਨੇ ਕੀਤੇ ਵਾਅਦੇ ਉਹਨਾਂ ਨੂੰ ਯਾਦ ਕਰਵਾਏ ਤਾਂ ਉਹ ਸਾਰੀ ਗੱਲ ਤੋਂ ਮੁੱਕਰ ਕੇ ਕਹਿਣ ਲੱਗੇ, ਮਾਸਟਰ ਜੀ ਅਬ ਵਕਤ ਬਦਲ ਗਿਆ ਹੈ। ਇਹ ਸੁਣ ਕੇ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਆਜ਼ਾਦ ਹਸਤੀ ਕਾਇਮ ਕਰਨ ਲਈ ਨਾਰਾ ਲਗਾ ਕੇ ਐਲਾਨ ਕਰ ਦਿੱਤਾ, ਸਿੱਖ ਬਾਦਸ਼ਾਹ ਹੈ ਜਾਂ ਬਾਗੀ ਹੈ, ਸਿੱਖ ਬਾਦਸ਼ਾਹ ਹੈ ਜਾਂ ਬਾਗੀ ਹੈ, ਜਿਸ ਨੂੰ ਹਿੰਦੀ ਅਖਬਾਰਾਂ ਨੇ ਬੜਾ ਉਛਾਲਿਆ। 1 ਫਰਵਰੀ 1949 ਨੂੰ ਜਦੋਂ ਦਿੱਲੀ ਵਿੱਚ ਹੋ ਰਹੀ ਅਕਾਲੀ ਕਾਨਫਰੰਸ ਵਿੱਚ ਆਪ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿੱਚ ਦਿੱਲੀ 'ਚ ਦਾਖਲੇ ਤੋਂ ਪਹਿਲਾਂ ਨਰੇਲਾ ਸਟੇਸ਼ਨ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ। 1950-51 ਵਿੱਚ ਜਦੋਂ ਮਹਾਸ਼ਾ ਅਖਬਾਰ ਨੇ ਪੰਜਾਬੀ ਹਿੰਦੂਆਂ ਦੀ ਬੋਲੀ ਹਿੰਦੀ ਪ੍ਰਚਾਰਨੀ ਸ਼ੁਰੂ ਕੀਤੀ, ਜੋ ਸਿੱਖ ਕੌਮ ਤੇ ਇੱਕ ਭਿਆਨਕ ਤੇ ਮਾਰੂ ਹਮਲਾ ਸੀ। 1952 ਵਿੱਚ ਕਾਂਗਰਸ ਚੋਣ ਜਿੱਤ ਗਈ, ਜਿਸ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਸੀ ਜੋ ਪੰਜਾਬੀ ਨੂੰ ਸਾਹਿਤਕ ਭਾਸ਼ਾ ਮੰਨਣ ਨੂੰ ਤਿਆਰ ਨਹੀਂ ਸੀ ਤੇ ਇਸ ਨੂੰ ਗਵਾਰਾਂ ਦੀ ਭਾਸ਼ਾ ਕਿਹਾ ਗਿਆ। ਲਿਖਣ ਤੇ ਸਕੂਲਾਂ ਵਿੱਚ ਯੋਗ ਥਾਂ ਨਾ ਮਿਲਣ ਤੇ ਮਾਸਟਰ ਜੀ ਨੇ ਇਸ ਦਾ ਇੱਕ ਫਾਰਮੂਲਾ ਬਣਾਇਆ, ਜਿਸ ਅਨੁਸਾਰ ਘੱਗਰ ਤੋਂ ਪੱਛਮ ਵੱਲ ਹਰ ਸਕੂਲ ਵਿੱਚ ਪਹਿਲੀਆਂ 4 ਜਮਾਤਾਂ ਵਿੱਚ ਪੰਜਾਬੀ ਤੇ ਘੱਗਰ ਤੋਂ ਪੂਰਬ ਵਾਲੇ ਪਹਿਲੀਆਂ ਜਿਹੜੀਆਂ 4 ਜਮਾਤਾਂ ਵਿੱਚ ਹਿੰਦੀ, ਜਿਸ ਵਿੱਚ ਪੰਜਾਬੀ ਦੀ ਪੜ੍ਹਾਈ ਵੀ ਮੰਨੀ ਗਈ। ਇਸ ਨਾਲ ਸਿੱਖਾਂ ਨੂੰ ਕੁਝ ਤਸੱਲੀ ਹੋਈ। ਭਾਵੇਂ 1947 ਈਸਵੀ ਵਿੱਚ ਚੋਟੀ ਦੇ ਜਥੇਦਾਰ ਤੇ ਗਰੁੱਪ ਲੀਡਰ ਕਾਂਗਰਸ ਵਿੱਚ ਜਾ ਚੁੱਕੇ ਸਨ, ਪਰ ਸਿੱਖ ਆਵਾਮ ਪੰਜਾਬੀ ਸੂਬੇ ਦੀ ਹੱਕੀ ਤੇ ਜਾਇਜ਼ ਮੰਗ ਕਰਕੇ ਮਾਸਟਰ ਤਾਰਾ ਸਿੰਘ ਨਾਲ ਹੀ ਜੁੜੇ ਰਹੇ। ਕਾਂਗਰਸ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਗਹਿਰੀ ਸਾਜ਼ਿਸ਼ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। 1952-53 ਵਿੱਚ ਮਾਸਟਰ ਤਾਰਾ ਸਿੰਘ ਮਿਸ਼ਨਰੀ ਕਾਲਜ ਸਾਜ਼ਿਸ਼ ਕੇਸ ਵਿੱਚੋਂ ਸੁਰਖਰੂ ਹੋ ਕੇ ਨਿਕਲੇ। ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਯੋਗ ਨਿਯੁਕਤੀ, ਗੁਰਦੁਆਰਾ ਚੋਣਾਂ ਗੁਰਦੁਆਰਾ ਐਕਟ ਦੇ ਆਧਾਰ ਤੇ ਸਮੇਂ ਸਿਰ ਨਾ ਕਰਵਾਉਣਾ ਤੇ ਪੰਥਕ ਸਿੱਖਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਤਰਜੀਹ ਦੇਣਾ ਦਾ ਮਸਲਿਆਂ ਤੇ ਨਹਿਰੂ ਤਾਰਾ ਪੈਕਟ ਬਣਾਇਆ ਗਿਆ, ਜਿਸ ਅਨੁਸਾਰ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ ਤੇ ਦਖਲ ਅੰਦਾਜ਼ੀ ਨਹੀਂ ਕਰੇਗੀ। ਇਹ ਮੰਗ ਰੱਖੀ ਗਈ। ਤੋ ਇਹ ਮੇਨ ਮੁੱਦਾ ਸੀ ਨਹਿਰੂ ਤਾਰਾ ਪੈਕਟ ਵਿੱਚ ਕਿ ਜੋ ਸਿੱਖਾਂ ਦੇ ਰਾਜਸੀ ਮਸਲੇ ਹਨ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੈ, ਭਾਵੇਂ ਕਿਸੇ ਹੋਰ ਤਰੀਕੇ ਦੇ ਮਸਲੇ ਹਨ, ਉਹਨਾਂ ਦੇ ਉੱਪਰ ਕੇਂਦਰ ਸਰਕਾਰ ਜਿਹੜਾ ਹੈ ਉਹ ਕੋਈ ਐਸਾ ਦਖਲ ਅੰਦਾਜ਼ੀ ਨਹੀਂ ਕਰੇਗੀ ਕਿ ਜਿਨ੍ਹਾਂ ਨਾਲ ਇਹਨਾਂ ਮਸਲਿਆਂ ਵਿੱਚ ਸਿੱਖਾਂ ਦਾ ਕੋਈ ਵੀ ਜਿਹੜਾ ਹੈ ਉਹ ਨੁਕਸਾਨ ਹੋਵੇ। 1955 ਵਿੱਚ ਮਾਸਟਰ ਜੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਕਾਨਫਰੰਸ ਸਮੇਂ 10 ਲੱਖ ਸਿੱਖਾਂ ਦਾ ਇਕੱਠ ਹੋਇਆ। ਕਾਂਗਰਸ ਤੇ ਜਨਸੰਘ ਦੀਆਂ ਬਰਾਬਰੀ ਤੇ ਹੋਈਆਂ ਕਾਨਫਰੰਸਾਂ ਭਾਵੇਂ ਫਿੱਕੀਆਂ ਹੀ ਰਹੀਆਂ, ਪਰ ਸਿੱਖਾਂ ਦਾ ਨੀਲੇ ਦਸਤਾਰੇ ਪਹਿਨੇ ਠਾਠਾ ਮਾਰਦਾ ਜਲੂਸ ਆਪਣੀ ਸ਼ਾਨ ਆਪ ਹੀ ਸੀ। ਲੰਗਰ ਸਭ ਨੇ ਅਕਾਲੀ ਪੰਡਾਲ ਵਿੱਚੋਂ ਛਕਿਆ। ਭਾਵੇਂ ਹਿੰਦੂਆਂ ਨੇ ਔਰ ਕਾਂਗਰਸੀਆਂ ਨੇ, ਆਪਣੀ ਜਨਸੰਘੀਆਂ ਨੇ ਅਲੱਗ ਆਪਣੀਆਂ ਰੈਲੀਆਂ ਕਾਨਫਰੰਸਾਂ ਕੀਤੀਆਂ, ਪਰ ਲੰਗਰ ਉਹ
ਜੋ ਅਕਾਲੀ ਦਲ ਨੇ ਬਣਾਇਆ ਸੀ ਉਹਦੇ ਵਿੱਚੋਂ ਛਕਦੇ ਰਹੇ। ਮਾਸਟਰ ਤਾਰਾ ਸਿੰਘ ਦਾ ਵਿਚਾਰ ਸੀ ਕਿ ਕੁਝ ਵਿਅਕਤੀਆਂ ਤੋਂ ਚੰਦਾ ਲੈਣ ਦੀ ਬਜਾਏ ਹਰ ਘਰ ਨੂੰ ਲੰਗਰ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਬਹੁਤ ਵੱਡਾ ਅਸੂਲ ਸੀ, ਜਿਹੜਾ ਕਿ ਸਾਨੂੰ ਹੁਣ ਵੀ ਲੋੜ ਹੈ ਕਿ ਜਦੋਂ ਵੀ ਲੰਗਰ, ਕਈ ਜਗ੍ਹਾ ਮੈਂ ਦੇਖਿਆ ਹਾਲੇ ਵੀ ਕਿ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਨੂੰ ਆਟਾ ਦੇ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਘਰੋਂ ਪਕਾਉਣ ਵਾਸਤੇ ਪ੍ਰਸ਼ਾਦੇ ਲਿਆਉਣ ਲਈ ਹੱਥੀਂ ਸੇਵਾ ਕਰਨ ਦੀ ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਔਰ ਬੀਬੀਆਂ ਅਗਰ 1 ਕਿਲੋ ਆਟਾ ਲੈ ਕੇ ਜਾਂਦੀਆਂ ਨੇ ਤੇ ਉਹ 1.5 ਜਾਂ 2 ਕਿਲੋ ਦੇ ਪ੍ਰਸ਼ਾਦੇ ਪਕਾ ਕੇ ਲਿਜਾਂਦੇ ਹਨ। ਇਹ ਸ਼ੁਰੂਆਤ ਮਾਸਟਰ ਤਾਰਾ ਸਿੰਘ ਨੇ ਹੀ ਕੀਤੀ ਹੈ। ਉਹਨਾਂ ਦੀ ਖਾਸ਼ ਪੂਰੀ ਹੋਈ। ਪਿੰਡਾਂ ਦੇ ਪਿੰਡ ਆਪਣੇ ਘਰੋਂ ਘਰੀ ਲੰਗਰ ਪਕਾ ਕੇ ਟਰਾਲੀਆਂ ਤੇ ਟਰੱਕਾਂ ਰਾਹੀਂ ਤਿਆਰ ਲੰਗਰ ਅੰਮ੍ਰਿਤਸਰ ਪਹੁੰਚਾਇਆ ਗਿਆ। ਹੁਣ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਲੰਗਰ ਵਾਸਤੇ ਕਈ ਜਿਹੜੇ ਹਨ ਟਰੱਕ ਤੇ ਟਰਾਲੀਆਂ ਆਪਣੇ ਘਰੋਂ ਜਦੋਂ ਨਵੀਂ ਫਸਲ ਆਉਂਦੀ ਹੈ ਉਹ ਲੈ ਕੇ ਆਉਂਦੇ ਹਨ। ਕਣਕ ਲੈ ਕੇ ਆਉਂਦੇ ਹਨ, ਦਾਲਾਂ ਲੈ ਕੇ ਆਉਂਦੇ ਹਨ, ਘਿਓ ਲੈ ਕੇ ਆਉਂਦੇ ਹਨ, ਹੋਰ ਜੋ ਰਸਦ ਹੈ, ਸਮਾਨ ਹੈ, ਉਹ ਸਬਜ਼ੀਆਂ ਗੁਰੂ ਕੇ ਲੰਗਰ ਵਾਸਤੇ ਆਉਂਦੀਆਂ ਹਨ। ਮੈਂ ਸਮਝਦਾ ਕਿ ਮਾਸਟਰ ਤਾਰਾ ਸਿੰਘ ਜੀ ਦੀ ਬੜੀ ਦੂਰ ਦ੍ਰਿਸ਼ਟੀ ਸੀ ਕਿ ਉਹਨਾਂ ਨੇ ਸਾਰੀ ਸੰਗਤ ਨੂੰ ਜਿੱਥੇ ਲੰਗਰ ਛਕਣ ਦੇ ਨਾਲ ਜੁੜੇ ਹੋਏ ਸਨ, ਉੱਥੇ ਲੰਗਰ ਦੇ ਵਿੱਚ ਹਿੱਸਾ ਪਾਉਣ ਵਾਸਤੇ ਵੀ ਉਹ ਕਿਹਾ ਕਿ ਕਿਸੇ ਇੱਕ ਬੰਦੇ ਦਾ ਲੰਗਰ ਨਹੀਂ ਹੋ ਸਕਦਾ, ਸਾਰੀ ਸੰਗਤ ਦਾ ਇਹਦੇ ਅੰਦਰ ਯੋਗਦਾਨ ਪਾਉਣਾ ਚਾਹੀਦਾ ਹੈ। ਅੱਜ ਅਸੀਂ ਆਮ ਦੇਖਦੇ ਹਾਂ ਕਿ ਕਿਤੇ ਗੁਰਦੁਆਰਿਆਂ ਦੇ ਅੰਦਰ ਕੋਈ ਇੱਕ ਫਲਾਣਾ ਸਿੰਘ ਦੇ ਨਾਂ ਦੇ ਉੱਪਰ ਅਰਦਾਸ ਹੁੰਦੀ ਹੈ ਕਿ ਅੱਜ ਦੇ ਲੰਗਰ ਦੀ ਸੇਵਾ ਫਲਾਣੇ ਪਰਿਵਾਰ ਵੱਲੋਂ ਹੋਈ ਹੈ। ਇਹ ਗਲਤ ਹੈ। ਕਈ ਜਗ੍ਹਾ ਮੈਂ ਵੀ ਇਸ ਦਾ ਵਿਰੋਧ ਕੀਤਾ ਹੈ ਕਿ ਗੁਰੂ ਕੇ ਲੰਗਰ ਦੇ ਵਿੱਚ ਹਿੱਸਾ ਪਾਇਆ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਫਲਾਣੇ ਪਰਿਵਾਰ ਨੇ ਹਿੱਸਾ ਪਾਇਆ, ਲੇਕਿਨ ਉਹ ਲੰਗਰ ਕੇਵਲ ਉਹ ਕਿਸੇ ਇੱਕ ਵਿਅਕਤੀ ਵੱਲੋਂ ਜਾਂ ਪਰਿਵਾਰ ਵੱਲੋਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੇ ਗੁਰੂ का ਲੰਗਰ ਹੈ ਤੇ ਉਹ ਗੁਰੂ का ਲੰਗਰ ਹੈ, ਕਿਸੇ ਇੱਕ ਪਰਿਵਾਰ ਦਾ ਲੰਗਰ ਨਹੀਂ ਹੋ ਸਕਦਾ। 1956 ਈਸਵੀ ਦੇ ਸਮਝੌਤੇ ਸਮੇਂ ਗਿਆਨੀ ਕਰਤਾਰ ਸਿੰਘ ਤੇ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਨੇ ਵਜ਼ੀਰੀਆਂ ਲੈ ਲਈਆਂ। ਹੁਕਮ ਸਿੰਘ ਲੋਕ ਸਭਾ ਦੇ ਡਿਪਟੀ ਸਪੀਕਰ ਬਣ ਗਏ। ਸਰਕਾਰ ਨਾਲ ਮਿਲਣ ਵਾਲਿਆਂ ਨਾਲ ਭਾਈ ਜੋਤ ਸਿੰਘ ਵੀ ਸ਼ਾਮਲ ਸਨ। ਸਰਕਾਰ ਨੇ ਪੰਜਾਬੀ ਕੁਚਲਣ ਦੀ ਜਿਹੜੀ ਹੈ ਉਹ ਇੱਕ ਨਵੀਂ ਨੀਤੀ ਅਪਣਾਈ। ਕੁਝ ਸਿੱਖ ਵਿਦਵਾਨਾਂ ਨੂੰ ਵਰਗਲਾ ਕੇ ਪੰਜਾਬੀ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਣ ਦਾ ਮਸਲਾ ਹੱਲ ਕਰਨ ਦਾ ਸ਼ੋਸ਼ਾ ਛੱਡਿਆ ਕਿ ਦੇਵਨਾਗਰੀ ਜਿਹੜੀ ਹੈ ਹਿੰਦੀ ਉਹਦੇ 'ਚ ਲਿਖੀ ਜਾਂਦੀ ਹੈ ਤੇ ਪੰਜਾਬੀ ਜਿਹੜੇ ਹਨ ਸਿੱਖ ਮੰਗ ਰਹੇ ਹਨ, ਤੇ ਇਸ ਕਰਕੇ ਜੇ ਇਸ ਨੂੰ ਅਸੀਂ ਮਿਲਾ ਦਈਏ, ਇਹ ਬੜੀ ਉਹਨਾਂ ਦੀ ਕੁਝ ਜਿਹੜੀ ਹਰਕਤ ਸੀ, ਸ਼ਰਾਰਤ ਸੀ ਇੱਕ, ਕਿ ਜੇ ਅਸੀਂ ਪੰਜਾਬੀ ਨੂੰ ਜਿਹੜੇ ਦੇਵਨਾਗਰੀ ਦੇ ਅੱਖਰਾਂ ਵਿੱਚ ਕਾ ਖਾ ਗਾ 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 ਕਾ ਗਾ ਜਿਹੜੇ ਉਹ ਅੱਖਰ ਹਨ ਊੜੇ ਆੜੇ ਦੀ ਬਜਾਏ ਉਹਦੇ ਵਿੱਚ ਲਿਖੀਏ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ। ਪਰ ਇਹ ਇੱਕ ਬੜਾ ਸ਼ੋਸ਼ਾ ਸੀ ਤੇ ਜਿਸ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਪਹਿਲਾਂ ਹੀ ਭਾਂਪ ਲਿਆ ਸੀ। ਇਸ ਸੰਬੰਧ ਵਿੱਚ ਭਾਈ ਜੋਤ ਸਿੰਘ ਤੇ ਜੈ ਚੰਦ ਵਿਦਿਆ ਅਲੰਕਾਰ ਦਾ ਇੱਕ ਮਿਸ਼ਨ ਵਿਦਵਾਨਾਂ ਤੇ ਰਾਜਨੀਤਿਕਾਂ ਦੀ ਰਾਏ ਲੈਣ ਲਈ ਬਣਾਇਆ ਗਿਆ। ਮਾਸਟਰ ਤਾਰਾ ਸਿੰਘ ਨੇ ਆਪਣੀ ਰਾਏ ਦੇਣ ਤੋਂ ਪਹਿਲਾਂ ਗਿਆਨੀ ਭਗਤ ਸਿੰਘ ਜੀ ਤੋਂ ਸਲਾਹ ਪੁੱਛੀ ਤਾਂ ਭਗਤ ਸਿੰਘ ਨੇ ਭਾਈ ਜੋਤ ਸਿੰਘ ਦੇ ਹੀ ਆਲੋਚਨਾ ਸਾਹਿਤਕ ਰਸਾਲੇ ਵਿੱਚ ਦਲੀਲਾਂ ਸਮੇਤ ਲੜੀਵਾਰ 5-6 ਲੇਖ ਲਿਖ ਦਿੱਤੇ। ਇਹਨਾਂ ਵੀ ਸਾਬਤ ਕੀਤਾ ਹੋਇਆ ਸੀ ਕਿ ਗੁਰਮੁਖੀ ਲਿਪੀ ਸਾਰੀਆਂ ਲਿਪੀਆਂ ਨਾਲੋਂ ਢੁਕਵੀਂ ਤੇ ਵਿਗਿਆਨਕ ਹੈ। ਮਾਸਟਰ ਤਾਰਾ ਸਿੰਘ ਨੂੰ ਉਹ 5-6 ਲੇਖ ਪਕੜਾ ਦਿੱਤੇ ਤੇ ਅਗਲੇ ਦਿਨ ਜਦ ਉਹ ਦੋਨੋਂ ਮਾਸਟਰ ਤਾਰਾ ਸਿੰਘ ਕੋਲ ਪਾਏ ਤਾਂ ਉਹਨਾਂ ਨੇ ਮਾਸਟਰ ਤਾਰਾ ਸਿੰਘ ਤੋਂ ਪੁੱਛਿਆ ਕਿ ਪੰਜਾਬੀ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਣ ਬਾਰੇ ਤੁਹਾਡਾ ਕੀ ਵਿਚਾਰ ਹੈ। ਮਾਸਟਰ ਜੀ ਨੇ ਉਹ ਆਲੋਚਨਾ ਦੇ ਸਫ਼ੇ ਜੋ ਆਪ ਜੀ ਨੂੰ ਜਿਹੜੇ ਦਿੱਤੇ ਸਨ ਸਿੰਘ ਸਾਹਿਬ ਨੇ, ਉਹ ਪੜ੍ਹੇ ਜਿਹੜੇ 5-6 ਲੇਖ ਸਨ ਉਹ ਭਗਤ ਸਿੰਘ ਜਿਹੜੇ ਉਹਨਾਂ ਵੱਲੋਂ ਉਹ ਫੜਾ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਸਾਰੇ ਵਿਚਾਰ ਹਨ ਉਹ ਜਿਹੜੇ ਉਹ ਜੈ ਚੰਦ ਦੇ ਹੱਥ ਪਕੜਾ ਦਿੱਤੇ ਤੇ ਕਿਹਾ ਕਿ ਮੇਰੀ ਇਸ ਬਾਰੇ ਉਹ ਦਲੀਲ ਹੈ ਜੋ ਭਾਈ ਜੋਤ ਸਿੰਘ ਦੀ ਹੈ। तो भाई जोत सिंह बड़े शर्मिंदा होए तो कहने लगे कि मेरी दलील हुण बदल गई है। तो मास्टर तारा सिंह ने व्यंग किया कि हुण वाली दलील कद बदलनी है। उन्होंने दोनों नूं बड़ियां खरियां खरियां सुनाइयां ते क्या सवाल बोली या लिपि का नहीं। साध संगत जी बड़े ध्यान नाल सुनने वाली गल है
ਤੇ ਜਿਹੜੇ ਸਾਨੂੰ ਪੱਲੇ ਬੰਨ੍ਹਣੀ ਚਾਹੀਦੀ ਹੈ। ਜਿੱਥੇ ਸਿੱਖ ਪਰਿਵਾਰਾਂ ਵਿੱਚ ਪੰਜਾਬੀ ਬੋਲੀ ਤੇ ਸ਼ਰਮ ਮਹਿਸੂਸ ਹੁੰਦੀ ਹੈ। ਆਪਣੇ ਨਾਮ ਹੀ ਅਸੀਂ ਪੰਜਾਬੀ ਵਿੱਚ ਨਹੀਂ ਲਿਖਦੇ, ਅੱਧ-ਪਚੱਧੇ ਉਲਟੇ ਸਿੱਧੇ ਕਰਕੇ ਲਿਖਦੇ ਹਾਂ। ਵਿਦੇਸ਼ਾਂ ਵਿੱਚ ਤਾਂ ਹੋਰ ਹੀ ਬੁਰਾ ਹਾਲ ਹੈ। ਹਰਵਿੰਦਰ ਸਿੰਘ ਨੂੰ ਹੈਰੀ ਸਿੰਘ ਲਿਖਦੇ ਹਾਂ ਅਸੀਂ, ਉਹ ਕਿਸੇ ਹੋਰ ਟਾਈਗਰ ਸਿੰਘ ਨਾਂ ਲਿਖਦੇ ਆ, ਤੇ ਸਾਨੂੰ ਆਪਣੇ ਪੰਜਾਬੀ ਅੱਖਰਾਂ ਵਿੱਚ ਨਾਮ ਹੀ ਜਿਹੜੀ ਲਿਖਣ ਲੱਗਿਆ ਸ਼ਰਮ ਆਉਂਦੀ ਹੈ। ਲੇਕਿਨ ਮਾਸਟਰ ਤਾਰਾ ਸਿੰਘ ਜੀ ਨੇ ਜੋ ਖਰੀਆਂ ਸੁਣਾਈਆਂ ਕਿ ਸਵਾਲ ਬੋਲੀ ਜਾਂ ਲਿਪੀ ਦਾ ਨਹੀਂ ਹੈ, ਨਾ ਹਿੰਦੂ ਸਿੱਖ ਦਾ ਝਗੜਾ ਹੈ, ਨਾ ਹੀ ਕੋਈ ਹੋਰ ਮਸਲਾ ਹੈ। ਸਵਾਲ ਕੇਵਲ ਦਾੜੀ ਕੇਸਾਂ ਨੂੰ ਖਤਮ ਕਰਨ ਦਾ ਹੈ। ਜਿਵੇਂ ਕਿ ਹਿੰਦੂ ਮਹਾਸ਼ੇ ਕਹਿ ਚੁੱਕੇ ਹਨ, ਸਿੱਖ ਹਿੰਦੂਆਂ ਦੀ ਰਾਖੀ ਲਈ ਬਣਾਏ ਗਏ ਸੀ, ਹੁਣ ਹਿੰਦੂਆਂ ਨੂੰ ਰੱਖਿਆ ਦੀ ਲੋੜ ਨਹੀਂ। ਇਸ ਕਰਕੇ ਇਹਨਾਂ ਦੀ ਰਾਖੀ ਦੀ ਵੀ ਲੋੜ ਨਹੀਂ, ਇਸ ਲਈ ਸਿੱਖਾਂ ਦੀ ਵੀ ਲੋੜ ਨਹੀਂ। ਮਾਸਟਰ ਤਾਰਾ ਸਿੰਘ ਉਹਨਾਂ ਨੂੰ ਪੰਜਾਬੀ ਸੂਬਾ ਨਾ ਬਣਾਉਣ ਤੇ ਹੋਰ ਕੀਤੀਆਂ ਵਧੀਕੀਆਂ ਬਾਰੇ ਸਭ ਕੁਝ ਖਰਾ ਸੁਣਾ ਦਿੱਤਾ ਤੇ ਇਹ ਕਮਿਸ਼ਨ ਆਪਣਾ ਮੂੰਹ ਲੈ ਕੇ ਵਾਪਸ ਪਰਤ ਗਿਆ। ਇਸ ਵਾਸਤੇ ਜੋ ਦਲੇਰੀ ਮਾਸਟਰ ਤਾਰਾ ਸਿੰਘ ਜੀ ਨੇ ਜਿਹੜੀ ਇਹ ਦਿਖਾਈ ਹੈ ਉਸ ਵੇਲੇ, ਉਹ ਉਸ ਨਾਲ ਪੰਜਾਬੀ ਜਿਹੜੀ ਹੈ ਉਸ ਵੇਲੇ ਹਿੰਦੀ ਵਿੱਚ ਕਨਵਰਟ ਹੋਣ ਤੋਂ ਬਚ ਗਈ। 1960 ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਨੇ 140 ਸੀਟਾਂ ਵਿੱਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਛੇਤੀ ਹੀ ਪ੍ਰਧਾਨਗੀ ਛੱਡ ਕੇ ਆਪ ਜੀ ਪੰਜਾਬੀ ਸੂਬੇ ਦੇ ਅੰਦੋਲਨ ਵਿੱਚ ਕੁੱਦ ਪਏ। ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਵਿੱਚ ਪੰਜਾਬੀ ਸੂਬਾ ਬਣਾਉਣ ਲਈ ਮਤਾ ਪਾਸ ਕਰਵਾਇਆ। ਦਿੱਲੀ ਵਿੱਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਜਲੂਸ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਲੂਸ ਦਿੱਲੀ ਵਿੱਚ ਮੈਨੂੰ ਯਾਦ ਹੈ ਕਿ 12 ਜੂਨ 1960 ਨੂੰ ਸੀਸਗੰਜ ਸਾਹਿਬ ਵਿਖੇ ਜਿਹੜਾ ਹੈ ਉਹ ਨਿਕਲਿਆ ਸੀ, ਔਰ ਉੱਥੇ ਮੇਰੇ ਫਾਦਰ ਸਾਹਿਬ ਵੀ ਤੇ ਹੋਰ ਬੜੇ ਗੁਰਸਿੱਖ ਜਿਹੜੇ ਸਨ, ਉਹ ਜਿਹਨੂੰ ਅਸੀਂ ਚਾਂਦਨੀ ਚੌਕ ਕਹਿੰਦੇ ਹਾਂ, ਫਤਿਹਪੁਰੀ ਤੋਂ ਲਾ ਕੇ ਚਾਂਦਨੀ ਚੌਕ ਤੱਕ ਦਾ ਕਿਲਾ ਜਿਹੜਾ ਰਸਤਾ ਸੀ, ਉਹ ਬਹੁਤ ਹੀ ਲਾਲ ਕਿਲੇ ਤੱਕ ਸਿੰਘਾਂ ਦੇ ਨਾਲ ਹੀ ਭਰਿਆ ਪਿਆ ਸੀ। ਔਰ ਉੱਥੇ ਅਰਸ਼ੂ ਗੈਸ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਗਈ ਤੇ ਉਸ ਵੇਲੇ ਇੱਕ 12 ਸਾਲ ਦਾ ਬੱਚਾ ਜਿਹੜਾ ਹੈ ਉਸ ਵੇਲੇ ਉਹ ਗੋਲੀ ਚੱਲੀ ਤੇ ਉਹਦੇ ਚ ਸ਼ਹੀਦ ਹੋ ਗਿਆ। ਉਹ ਪਹਿਲਾ ਸ਼ਹੀਦ ਪੰਜਾਬੀ ਸੂਬੇ ਮੋਰਚੇ ਦਾ, ਸਾਰੇ ਉਸ ਨੂੰ ਤਸਲੀਮ ਕਰਦੇ ਆ। ਤੋ ਉਹ ਦਿੱਲੀ ਦਾ ਜਿਹੜਾ ਨਿਕਲਿਆ, ਉਹਦੇ ਨੇ ਕਾਫੀ ਸਿੱਖਾਂ ਦੀ ਜਿਹੜੀ ਹੈ ਉਹ ਏਕਤਾ ਜਿਹੜੀ ਹੈ ਉਹ ਸਰਕਾਰਾਂ ਨੂੰ ਨਜ਼ਰ ਆਈ। ਆਪ ਜੀ ਨੂੰ ਜਿਵੇਂ ਨਰੇਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ, ਪਰ ਸਿੱਖਾਂ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਇਹ ਜਲੂਸ ਜੋ ਨਿਕਲਿਆ 12 ਜੂਨ 1960 ਨੂੰ, ਉਹ ਬੜਾ ਹੀ ਕਾਮਯਾਬ ਜਲੂਸ ਸੀ। 4 ਜਨਵਰੀ 1961 ਨੂੰ ਮਾਸਟਰ ਜੀ ਨੂੰ ਰਿਹਾ ਕੀਤਾ ਗਿਆ ਤੇ ਰਿਹਾ ਹੋ ਕੇ ਸੰਤ ਫਤਿਹ ਸਿੰਘ ਵੱਲੋਂ ਸ਼ੁਰੂ ਕੀਤਾ ਆਪ ਜੀ ਨੇ ਮਰਨ ਵਰਤ ਖੁਲਵਾਇਆ। ਆਪ ਜੀ ਵੱਲੋਂ ਸੱਚਾ ਢੰਡੋਰਾ ਅਤੇ ਪਰਦੇਸੀ ਖਾਲਸਾ ਸਪਤਾਹਕ ਮੈਗਜ਼ੀਨ ਵੀ ਸ਼ੁਰੂ ਕੀਤੇ, ਜੋ ਪਿੱਛੋਂ ਅਕਾਲੀ ਅਖਬਾਰ ਦੇ ਰੂਪ ਵਿੱਚ ਬਦਲ ਗਏ। 1961 ਈਸਵੀ ਵਿੱਚ ਜਥੇਦਾਰ ਅਖਬਾਰ ਛਾਪਣਾ ਸ਼ੁਰੂ ਕੀਤਾ। ਉਰਦੂ ਵਿੱਚ ਪੰਥਕ ਹਿੱਤਾਂ ਲਈ ਪ੍ਰਭਾਤ ਅਖਬਾਰ ਵੀ ਕੱਢਿਆ ਗਿਆ। 1946 ਈਸਵੀ ਵਿੱਚ ਆਪ ਜੀ ਵੱਲੋਂ ਸ਼ੁਰੂ ਕੀਤਾ ਸੰਤ ਸਿਪਾਹੀ ਮਾਸਕ ਪੱਤਰ ਹੁਣ ਵੀ ਛਪ ਰਿਹਾ ਹੈ। ਮਾਸਟਰ ਤਾਰਾ ਸਿੰਘ ਜੀ ਦੀ ਇਮਾਨਦਾਰੀ ਤੇ ਨੇਕੀ ਵੀ ਸਿਖਰਾਂ ਨੂੰ ਛੂਹਦੀ ਸੀ। ਉਹਨਾਂ ਨੂੰ ਪੰਥਕ ਸ਼ਕਤੀ ਤੇ ਅਥਾਹ ਮਾਨ ਸੀ। ਇਹਨਾਂ ਦੇ ਅਹਿਦ ਵਿੱਚ ਸ਼੍ਰੋਮਣੀ ਕਮੇਟੀ ਮਜ਼ਬੂਤ ਹੋਈ। 1955 ਵਿੱਚ ਜਦ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਲਈਆਂ ਤਾਂ ਉਹਨਾਂ ਨੇ ਤੁਰੰਤ ਸਾਧਾਂ ਤੋਂ ਦਰਬਾਰ ਸਾਹਿਬ ਦੀ ਸੇਵਾ ਲੈ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੀ, ਕਿਉਂਕਿ ਉਹ ਪੈਸਿਆਂ ਦਾ ਹਿਸਾਬ ਨਹੀਂ ਸੀ ਰੱਖਦੇ, ਜਿਸ ਨਾਲ ਹੇਰਾਫੇਰੀ ਨੂੰ ਬੜਾਵਾ ਮਿਲਦਾ ਸੀ ਤੇ ਪੰਥਕ ਸ਼ਕਤੀ ਕਮਜ਼ੋਰ ਹੁੰਦੀ ਸੀ। ਇਸ ਲਈ ਸਾਧਾਂ ਤੋਂ ਦਰਬਾਰ ਸਾਹਿਬ ਦਾ ਕੰਟਰੋਲ ਲੈ ਕਰਕੇ ਸ਼੍ਰੋਮਣੀ ਕਮੇਟੀ ਨੂੰ ਦਿਵਾਇਆ। ਉਹਨਾਂ ਨੇ ਕਦੀ ਵੀ ਕਿਸੇ ਗੁਰਦੁਆਰੇ ਦੀ ਕਾਰ ਸੇਵਾ ਕਿਸੇ ਇੱਕ ਵਿਅਕਤੀ ਕੋਲੋਂ ਨਹੀਂ ਕਰਵਾਈ। ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ ਕਿ ਕਾਰ ਸੇਵਾ ਜਿਹੜੀ ਹੈ ਉਹ ਸਾਰੇ ਮਿਲ ਕੇ ਜਿਹੜਾ ਪੰਥ ਮਿਲ ਕੇ ਕਰਦਾ ਹੈ, ਬਲਕਿ ਸੇਵਾ ਦਾ ਮਾਣ ਸਮੁੱਚੇ ਪੰਥ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ, ਜੋ ਪੰਥ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਜਦੋਂ ਡਾਕਟਰ ਰਜਿੰਦਰ ਪ੍ਰਸਾਦ ਜੀ ਰਿਟਾਇਰ ਹੋਣ ਦਾ ਵਕਤ ਆਇਆ ਤਾਂ ਪੰਡਿਤ ਨਹਿਰੂ ਨੇ ਮੌਲਾਨਾ ਆਜ਼ਾਦ ਰਾਹੀਂ
ਮਾਸਟਰ ਤਾਰਾ ਸਿੰਘ जी ਨੂੰ ਸੁਨੇਹਾ ਭੇਜਿਆ कि राजन बाबू रिटायर होने के बाद राधा कृष्णन राष्ट्रपति बन जाएंगे, हमारे साथ मिलकर देश की सेवा करें तो हमें बहुत खुशी होगी। मास्टर तारा सिंह ਨੂੰ ਉਹ ਉਪ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਸਨ। ਮਾਸਟਰ ਤਾਰਾ ਸਿੰਘ ਦੇ ਸ਼ੁਭ ਚਿੰਤਕਾਂ ਨੇ ਵੀ ਉਹਨਾਂ ਨੂੰ ਸਲਾਹ ਦਿੱਤੀ, ਤੁਸੀਂ ਸਿੱਖ ਰਾਜ ਦਾ ਸੁਪਨਾ ਦੇਖਦੇ ਹੋ, ਅੱਜ ਤੁਸੀਂ ਉਪ ਰਾਸ਼ਟਰਪਤੀ ਬਣ ਜਾਓ, ਕੱਲ ਨੂੰ ਰਾਸ਼ਟਰਪਤੀ ਬਣ ਜਾਓਗੇ, ਸਾਰੀ ਕੈਬਨਿਟ ਨੂੰ ਆਪਣੇ ਹਿਸਾਬ ਨਾਲ ਚਲਾਉਣਾ, ਤੁਹਾਡਾ ਸਿੱਖ ਰਾਜ ਦਾ ਸੁਪਨਾ ਪੂਰਾ ਹੋ ਜਾਏਗਾ। ਤਾਂ ਮਾਸਟਰ ਤਾਰਾ ਸਿੰਘ ਦਾ ਜਵਾਬ ਸੀ, ਜੇ ਮੈਂ ਅਹੁਦਾ ਕਬੂਲ ਕਰ ਲੈਂਦਾ ਹਾਂ ਤੇ ਮੈਂ ਵੀ ਮਰਿਆ, ਅਕਾਲੀ ਦਲ ਵੀ ਖਤਮ ਤੇ ਪੰਥ ਹਿੱਤਾਂ ਦੇ ਵਿਚਾਰਾਂ ਦਾ ਵੀ ਭੋਗ ਪੈ ਜਾਏਗਾ। ਕਿੰਨੀ ਦ੍ਰਿੜਤਾ ਵਾਲੀ ਗੱਲ ਸੀ। ਲੇਕਿਨ ਜਿਹੜੇ ਪੰਥ ਪ੍ਰਸਤ ਨਹੀਂ ਸਨ, ਉਹਨਾਂ ਨੇ ਜਿਹੜੇ ਡਿਪਟੀ ਸਪੀਕਰਾਂ ਦੇ ਅਹੁਦੇ ਲੈ ਲਏ, ਮਿਨਿਸਟਰੀਆਂ ਲੈ ਲਈਆਂ, ਲੇਕਿਨ ਸਿੱਖ ਪੰਥ ਦਾ ਜਿਹੜਾ ਇੰਟਰਸਟ ਸੀ ਉਹਨੂੰ ਛੱਡ ਕੇ ਕਾਂਗਰਸ ਦੀ ਝੋਲੀ ਵਿੱਚ ਪੈ ਗਏ। ਲੇਕਿਨ ਜੋ ਦ੍ਰਿੜਤਾ ਮਾਸਟਰ ਤਾਰਾ ਸਿੰਘ ਜੀ ਨੇ ਦਿਖਾਈ ਹੈ ਉਹ ਲਾਜਵਾਬ ਹੈ, ਔਰ ਉਹਨੇ ਚੰਗੀਆਂ ਪੈੜਾਂ ਜਿਹੜੀਆਂ ਪਾਈਆਂ ਹਨ, ਜਿਹੜੀਆਂ ਸਾਨੂੰ ਸਮਝਣੀਆਂ ਚਾਹੀਦੀਆਂ ਹਨ, ਉਹਨੂੰ ਫੋਲੋ ਕਰਨਾ ਚਾਹੀਦਾ ਹੈ। ਅਕਾਲੀ ਦਲ ਉਤਨਾ ਚਿਰ ਹੀ ਕਾਇਮ ਰਹਿ ਸਕਦਾ ਹੈ ਜਦ ਤੱਕ ਇਸ ਦਾ ਪ੍ਰਧਾਨ ਕੋਈ ਸਰਕਾਰੀ ਅਹੁਦਾ ਕਬੂਲ ਨਹੀਂ ਕਰਦਾ। ਇਹ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਮਾਸਟਰ ਤਾਰਾ ਸਿੰਘ ਜੀ ਦੀ ਕਿ ਅਕਾਲੀ ਦਲ ਉਦੋਂ ਤੱਕ ਕਾਇਮ ਰਹੇਗਾ ਜਦ ਤੱਕ ਇਸ ਦਾ ਪ੍ਰਧਾਨ ਕੋਈ ਸਰਕਾਰੀ ਅਹੁਦਾ ਕਬੂਲ ਨਹੀਂ ਕਰ ਲੈਂਦਾ। ਤੇ ਜੇਕਰ ਅਕਾਲੀ ਦਲ ਦਾ ਪ੍ਰਧਾਨ ਹੀ ਜਿਹੜੀ ਸਰਕਾਰ ਦੇ ਝੋਲੀ ਵਿੱਚ ਪੈ ਜਾਏਗਾ ਤੇ ਫਿਰ ਐਸੇ ਅਕਾਲੀ ਦਲ ਦਾ ਕੀ ਬਣੇਗਾ, ਉਹ ਤੁਹਾਡੇ ਸਾਹਮਣੇ ਹੀ ਹੈ, ਉਹਨੂੰ ਕਹਿਣ ਦੀ ਜ਼ਿਆਦਾ ਲੋੜ ਨਹੀਂ ਹੈ। ਜਿਸ ਦਿਨ ਕਿਸੇ ਨੇ ਸਰਕਾਰੀ ਅਹੁਦਾ ਕਬੂਲ ਕਰ ਲਿਆ, ਪੰਥ ਦੀ ਆਵਾਜ਼ ਖੇਰੂ ਖੇਰੂ ਹੋ ਜਾਏਗੀ। ਇਸ ਕਰਕੇ ਪੰਥ ਦੀ ਜੋ ਇਸ ਵਕਤ ਦੁਰਦਸ਼ਾ ਹੈ ਉਸ ਦੀ ਗੱਲ ਹੀ ਮਾਸਟਰ ਤਾਰਾ ਸਿੰਘ ਜੀ ਨੇ ਉਸ ਸਮੇਂ ਵੀ ਕਰ ਲਈ ਤੇ ਅੱਜ ਵੀ ਅਕਾਲੀ ਦਲ ਜਿੰਨਾ ਮਰਜ਼ੀ ਕੋਈ ਕਰੇ, ਲੇਕਿਨ ਉਹਦੀ ਗੱਲ ਵਿੱਚ ਉਹਨਾਂ ਦਮ ਨਹੀਂ ਜਿੰਨਾ ਕਿ ਮਾਸਟਰ ਤਾਰਾ ਸਿੰਘ ਦੇ ਸਮੇਂ ਅੰਦਰ ਅਕਾਲੀ ਦਲ ਦੇ ਪ੍ਰਧਾਨ ਦੀ ਆਵਾਜ਼ ਵਿੱਚ ਦਮ ਹੁੰਦਾ ਸੀ। ਮਾਸਟਰ ਤਾਰਾ ਸਿੰਘ ਜੀ ਦੀ ਸੋਚ ਅਨੁਸਾਰ ਕਾਂਗਰਸ ਵੱਲੋਂ ਚਲਾਏ ਗਏ ਕੁੜੀਆਂ ਮੁੰਡਿਆਂ ਦੇ ਸਾਂਝੇ ਗਾਣੇ ਤੇ ਨਾਚ ਸਿੱਖੀ ਦੇ ਉੱਚੇ ਤੇ ਸੁੱਚੇ ਆਚਰਨ ਉਸਾਰੀ ਵਾਲੇ ਸੱਭਿਆਚਾਰ ਨੂੰ ਨਸ਼ਟ ਕਰਨ ਦੀ ਸੀ। ਸਿੱਖੀ ਨੂੰ ਖਤਮ ਕਰਨ ਦੀ ਕਾਂਗਰਸੀ ਤੇ ਕਮਿਊਨਿਸਟਾਂ ਦੀ ਸਾਂਝੀ ਚਾਲ ਹੈ। ਹਿੰਦੂ ਸਰਕਾਰ ਦੀ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਦੇਖ ਕੇ ਕਿਹਾ ਕਰਦੇ ਸੀ ਕਿ ਕਿਸੇ ਦਿਨ ਇਹਨਾਂ ਨੇ ਅੰਮ੍ਰਿਤ ਸੰਚਾਰ ਤੇ ਪਾਬੰਦੀ ਲਗਾ ਦੇਣੀ ਹੈ। ਕਕਾਰਾਂ ਤੇ ਹੁਣ ਵੀ ਇਮਤਿਹਾਨ ਦੇਣ ਲੱਗਿਆਂ ਬੱਚਿਆਂ ਦੇ ਕੜੇ ਲਵਾਏ ਜਾਂਦੇ ਹਨ। ਕਿਰਪਾਨਾਂ ਪਾਉਣ ਵਾਲਿਆਂ ਦੇ ਉੱਪਰ ਕੇਸ ਜਿਹੜੇ ਹਨ ਉਹ ਦਰਜ ਹੁੰਦੇ ਹਨ। ਗੁਰਦੁਆਰਾ ਵੀ ਸਿੱਖਾਂ ਨੂੰ ਆਪਣੀ ਮਰਜ਼ੀ ਦੇ ਸ਼ਬਦ ਪੜ੍ਹਨ ਲਈ ਮਜਬੂਰ ਕਰ ਦੇਣਾ ਹੈ ਤੇ ਸਿੱਖੀ ਚਿੰਨ੍ਹਾਂ ਵੀ ਨੂੰ ਹੀ ਖਤਮ ਕਰ ਦੇਣ ਦਾ ਇਹਨਾਂ ਨੇ ਪੂਰਾ ਯਤਨ ਕਰਨਾ ਹੈ। ਮੈਂ ਇਸ ਬਾਰੇ ਆਪ ਜੀ ਨਾਲ ਗੱਲ ਕਰਾਂ ਕਿ ਮੈਂ ਪਿੱਛੇ ਜਿਹੇ ਇੱਕ ਵੀਡੀਓ ਦੇਖੀ ਸੀ, ਉਹਦੇ 'ਚ ਉਹਨਾਂ ਕਿਹਾ ਕਿ ਦਰਬਾਰ ਸਾਹਿਬ ਤੋਂ ਇੱਕ ਵਾਰੀ ਕੀਰਤਨ ਕਰ ਰਹੇ ਸਨ ਕਿ ਹਿੰਦੂ ਹੋਣਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਔਰ ਇੱਕ ਸ਼ਬਦ ਉਹਨਾਂ ਪੜਿਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਲਾਲ ਕ੍ਰਿਸ਼ਨ ਅਡਵਾਨੀ ਦਾ फोन आया कि बादल साहब ये आपके गुरुद्वारे में ये क्या कह रहे हैं, ना हम हिंदू ना मुसलमान। तो उस वेले ही उन्होंने फोन चुक के श्रोमणी कमेटी के प्रधान ਨੂੰ फोन किया कि ये शब्द ਜਿਹੜੇ ਆने हो जे दरबार साहब के अंदर नहीं पढ़े जाने चाहिए। तो ये भी ਜਿਹੜਾ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ, ਇਹ ਵੀ ਜਿਹੜੇ ਹਨ ਪਿੱਛੇ ਜਿਹੜੇ ਪ੍ਰਧਾਨ ਜਿਹੜੇ ਹਨ ਉਹਨਾਂ ਨੇ ਵੀ ਇਸ ਦੇ ਉੱਪਰ ਕਿਹਾ ਵੀ ਇਹੋ ਜਿਹੇ ਸ਼ਬਦ ਗੁਰਦੁਆਰੇ ਦਰਬਾਰ ਸਾਹਿਬ ਤੋਂ ਨਾ ਪੜ੍ਹੇ ਜਾਣ। ਲੋਕਲ ਕਮੇਟੀਆਂ ਜਿਹੜੀਆਂ ਹਨ ਉਹ ਵੀ ਇਹਨਾਂ ਤੇ ਜਿਹੜੀ ਆ ਜਦੋਂ ਕੋਈ ਸ਼ਬਦ ਐਸਾ ਪੜ੍ਹਿਆ ਜਾਏ ਤਾਂ ਉਹਨਾਂ ਨੂੰ ਵੀ ਬੜੇ ਚੁਭਦੇ ਹਨ, ਕਿਉਂਕਿ ਉਹ ਵੀ ਸਰਕਾਰਾਂ ਦੀ ਝੋਲੀ ਵਿੱਚ ਪਏ ਹੋਏ ਹਨ। ਮਾਸਟਰ ਤਾਰਾ ਸਿੰਘ ਜੀ ਦੀ ਸੋਚ ਅਨੁਸਾਰ ਜਿਹੜੀ ਇਹ ਗੱਲ ਉਹਨਾਂ ਨੇ ਬੜੇ ਹੀ ਦ੍ਰਿੜਤਾ ਦੇ ਨਾਲ ਇਸ ਗੱਲ ਨੂੰ ਸਾਡੇ ਸਾਹਮਣੇ ਜਿਹੜਾ ਰੱਖਿਆ ਸੀ। ਮਾਸਟਰ ਤਾਰਾ ਸਿੰਘ ਜੀ ਕਹਿੰਦੇ ਸਨ ਕਿ ਸਿੱਖ ਰਾਜ ਆ ਰਿਹਾ ਹੈ, ਜਿਤਨਾ ਇਹ ਲੋਕ ਸਾਨੂੰ ਨਫ਼ਰਤ ਕਰਨਗੇ ਉਤਨਾ ਹੀ ਛੇਤੀ ਸਿੱਖ ਰਾਜ ਆਵੇਗਾ। ਇੱਕ ਵਾਰੀ ਪੰਡਿਤ ਨਹਿਰੂ ਜੀ ਨੇ ਕਿਹਾ
ਕਿ ਜੇ ਸੂਬਾ ਪੰਜਾਬੀ ਸੂਬਾ ਬਣਾ ਦਿੱਤਾ ਤਾਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਕੀ ਹੋਵੇਗਾ। ਅੱਜ ਵੀ ਮੀਡੀਆ ਦੇ ਅੰਦਰ ਇਹ ਗੱਲ ਬੜੀ ਜ਼ੋਰ ਸ਼ੋਰ ਨਾਲ ਕਹੀ ਜਾਂਦੀ ਹੈ ਕਿ ਕੀ ਬਣੇਗਾ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਹਨ, ਕਿ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਜਾਣ ਵਾਸਤੇ ਸਾਨੂੰ ਵੀਜ਼ਾ ਲੈਣਾ ਪਏਗਾ। ਇਸ ਤੋਂ ਘਬਰਾ ਕੇ ਡਾਕਟਰ ਤਰਲੋਕ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਇੱਕ ਡੈਪੂਟੇਸ਼ਨ ਮਾਸਟਰ ਤਾਰਾ ਸਿੰਘ ਜੀ ਨੂੰ ਗੁਰਦੁਆਰਾ ਰਕਾਬਗੰਜ ਦਿੱਲੀ ਵਿਖੇ ਮਿਲਿਆ ਤੇ ਕਿਹਾ ਕਿ ਤੁਸੀਂ ਇਸ ਜੱਦੋ-ਜਹਿਦ ਨੂੰ ਛੱਡ ਦਿਓ। ਮਾਸਟਰ ਜੀ ਦਾ ਉੱਤਰ ਸੀ, ਨਹਿਰੂ ਦੀ ਇਸੇ ਜ਼ਹਿਨੀਅਤ ਵਾਸਤੇ ਮੈਂ ਲੜ ਰਿਹਾ। ਇਹ ਨਹਿਰੂ ਦੀ ਇਹ ਸੋਚ ਹੈ ਕਿ ਜਿਹੜੇ ਅਕਾਲੀ ਹਨ ਉਹ ਆਪਣੀ ਡਿਮਾਂਡ ਨੂੰ ਛੱਡ ਦੇਣ। ਉਹ ਸਾਨੂੰ ਗੁਲਾਮ ਬਣਾ ਕੇ ਡਰਾ ਧਮਕਾ ਕੇ ਰੱਖਣਾ ਚਾਹੁੰਦੇ ਹਨ, ਜਿਸ ਨਾਲ ਸਿੱਖੀ ਨਹੀਂ ਬਚ ਸਕਦੀ। ਆਪ ਜੇ ਸਿੱਖਾਂ ਨੇ ਡਰ ਕੇ ਰਹਿਣਾ ਤੇ ਫਿਰ ਸਿੱਖੀ ਦੇ ਕਿੱਥੇ ਗਈ। ਸਿੱਖੀ ਨੂੰ ਬਚਾ ਨਹੀਂ ਪਾਉਣਗੇ। ਮੇਰੀ ਜੱਦੋ-ਜਹਿਦ ਹਰ ਸਿੱਖ ਲਈ ਨਹੀਂ, ਸਗੋਂ ਸਿੱਖੀ ਬਚਾਉਣ ਲਈ ਹੈ। ਬੜਾ ਜ਼ਬਰਦਸਤ ਜਿਹੜਾ ਦ੍ਰਿੜਤਾ ਵਾਲਾ ਜਵਾਬ ਮਾਸਟਰ ਜੀ ਨੇ ਦਿੱਤਾ ਕਿ ਮੈਂ ਸਿੱਖੀ ਬਚਾਉਣ ਦੀ ਗੱਲ ਕਰ ਰਿਹਾ। ਮਾਸਟਰ ਜੀ ਦੀ ਖੁਸ਼ਾਮਦ ਦੇ ਸਖਤ ਖਿਲਾਫ ਸਨ। ਹਮੇਸ਼ਾ ਅਸੂਲਾਂ ਦੀ ਲੜਾਈ ਲੜਦੇ ਰਹੇ। 1958 ਵਿੱਚ ਕਾਂਗਰਸ ਨੇ ਪੰਜਾਬੀ ਸੂਬਾ ਲਹਿਰ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੂੰ ਆਪਣੇ ਹੱਥ ਵਿੱਚ ਪਾ ਲਿਆ ਤੇ ਪ੍ਰੇਮ ਸਿੰਘ ਲਾਲਪੁਰਾ ਨੂੰ ਪ੍ਰਧਾਨ ਬਣਾ ਦਿੱਤਾ ਤਾਂ ਮਾਸਟਰ ਜੀ 3 ਵੋਟਾਂ ਤੋਂ ਹਾਰ ਗਏ। ਚੋਣ ਤੋਂ ਪਹਿਲਾਂ ਕੁਝ ਵਰਕਰਾਂ ਨੇ ਇਸ ਗੁੱਝੀ ਚਾਲ ਦਾ ਅੰਦਾਜ਼ਾ ਲਗਾ ਕੇ ਮਾਸਟਰ ਜੀ ਨੂੰ ਸ਼ੱਕੀ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਮਾਸਟਰ ਜੀ ਕੋਲ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਰਹਿ ਸਕਦੀ ਸੀ। ਪਰ ਮਾਸਟਰ ਜੀ ਦਾ ਇਹ ਕਹਿਣਾ ਕਿ ਉਹਨਾਂ ਦੇ ਅਸੂਲਾਂ ਦੇ ਖਿਲਾਫ ਸੀ ਤੇ ਉਹਨਾਂ ਨੇ ਉਹਨਾਂ ਨੂੰ ਮੁਅੱਤਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। 1965 ਵਿੱਚ ਜਦੋਂ ਸੰਤ ਫਤਿਹ ਸਿੰਘ ਨੂੰ ਚੋਣ ਵਿੱਚੋਂ 100 ਸੀਟਾਂ ਮਿਲੀਆਂ ਤੇ ਮਾਸਟਰ ਤਾਰਾ ਸਿੰਘ ਨੂੰ 40, ਤਾਂ ਮਾਸਟਰ ਜੀ ਨੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤਿਹ ਸਿੰਘ ਨੂੰ ਆਪਣਾ ਲੀਡਰ ਮੰਨ ਲਿਆ ਹੈ, ਸੋ ਇਹ ਜੋ ਵੀ ਪ੍ਰੋਗਰਾਮ ਦੇਣਗੇ ਮੈਂ ਇਸ ਵਿੱਚ ਰੁਕਾਵਟ ਨਹੀਂ ਬਣਨਾ ਚਾਹੁੰਦਾ। ਤੇ ਉਹ ਸਿਆਸਤ ਤੋਂ ਲਾਂਭੇ ਹੋ ਕੇ ਸਲੋਗੜੇ ਚਲੇ ਗਏ। ਜਦ ਸੰਤ ਫਤਿਹ ਸਿੰਘ ਨੇ ਹਿੰਦੂਆਂ ਦੇ ਢਾਏ ਚੜ੍ਹ ਕੇ ਲੰਗੜਾ ਤੇ ਬਗੈਰ ਪਾਵਰ ਤੋਂ ਪੰਜਾਬੀ ਸੂਬਾ ਲੈਣ ਦਾ ਮਨ ਬਣਾ ਲਿਆ ਤਾਂ ਕਪੂਰ ਸਿੰਘ ICS ਅਤੇ ਸਰਦਾਰ ਗੁਰਨਾਮ ਸਿੰਘ ਨੇ ਲੁਧਿਆਣੇ ਨਲਵਾ ਕਾਨਫਰੰਸ ਕਰਕੇ ਸਿੱਖ ਹੋਮਲੈਂਡ ਦਾ ਨਾਰਾ ਲਗਾਇਆ ਤੇ ਮਾਸਟਰ ਤਾਰਾ ਸਿੰਘ ਨੂੰ ਲੀਡ ਕਰਨ ਲਈ ਕਿਹਾ ਗਿਆ। ਮਾਸਟਰ ਜੀ ਨੇ ਆ ਕੇ ਪੰਥ ਅੱਗੇ ਸਹੀ ਪੋਜੀਸ਼ਨ ਰੱਖੀ ਤੇ ਲੰਗੜੇ ਸੂਬੇ ਪੰਜਾਬੀ ਸੂਬੇ ਬਾਰੇ ਪੰਥ ਨੂੰ ਜਾਣੂ ਕਰਵਾਇਆ। ਪਰ ਤੀਰ ਹੱਥੋਂ ਨਿਕਲ ਚੁੱਕਾ ਸੀ ਤੇ ਕੌਮ ਦਾ ਨੁਕਸਾਨ ਹੋ ਚੁੱਕਾ ਸੀ। ਆਪ ਜੀ ਦਾ ਨਾਰਾ ਸੀ ਕਿ ਮੈਂ ਹਿੰਦੁਸਤਾਨ ਨਾਲੋਂ ਵੱਖ ਹੋਣ ਦਾ ਹਾਮੀ ਨਹੀਂ, ਪਰ ਹਿੰਦੂਆਂ ਦਾ ਗੁਲਾਮ ਵੀ ਨਹੀਂ ਹੋਣਾ ਚਾਹੁੰਦਾ। ਇਸ ਹਿੰਦੂ ਕਲਚਰ ਵਿੱਚ ਸਿੱਖ ਧਰਮ ਬਚ ਨਹੀਂ ਸਕਦਾ। ਇਸ ਲਈ ਸਿੱਖਾਂ ਨੂੰ ਪੰਜਾਬ ਵਿੱਚ ਆਪਣਾ ਵਿਧਾਨ ਖੁਦ ਬਣਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਹਿੰਦੁਸਤਾਨ ਦੇ ਨਾਲ ਰਹਿਣ ਜਾਂ ਵੱਖਰੇ ਹੋਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤਾਂ ਜੋ ਬਹੁ ਗਿਣਤੀ ਦੇ ਕਿਸੇ ਦਬਾਅ ਤੋਂ ਬਚਿਆ ਜਾ ਸਕੇ। ਉਹਨਾਂ ਨੇ ਆਪਣੇ ਨਿਸ਼ਾਨੇ ਤੋਂ ਕੋਈ ਡੇਗ ਨਹੀਂ ਸਕਿਆ। ਇਸ ਲਈ 1960 ਦੇ ਮੋਰਚੇ ਦੀ ਚੜ੍ਹਤ ਦੇਖ ਕੇ ਸਰਕਾਰ ਨੇ ਆਪਣੇ ਏਜੰਟਾਂ ਰਾਹੀਂ ਅਕਾਲੀ ਦਲ ਵਿੱਚ ਫੁੱਟ ਪਵਾ ਕੇ ਸਿੱਖਾਂ ਦੀ ਆਜ਼ਾਦ ਹਸਤੀ ਕਾਇਮ ਰੱਖਣ ਵਾਲੀ ਸਿੱਖ ਲਹਿਰ ਨੂੰ ਖੇਰੂ ਜਿਹੜਾ ਹੈ ਕਰ ਦਿੱਤਾ। ਭਾਵੇਂ 1966 ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ, ਪਰ ਮਾਸਟਰ ਤਾਰਾ ਸਿੰਘ ਜਿਹੜੇ ਹਨ ਉਹ ਆਖਰੀ ਦਮ ਤੱਕ ਜਿਹੜੇ ਹਨ ਇਸ ਵਿੱਚ ਲੜਦੇ ਰਹੇ ਕਿ ਮੈਨੂੰ ਇਹ ਪ੍ਰਵਾਨ ਨਹੀਂ ਹੈ, ਮੈਨੂੰ ਇਹ ਪ੍ਰਵਾਨ ਨਹੀਂ ਹੈ। ਤੋ ਇੱਕ ਗੱਲ ਹੋਰ ਮੈਂ ਦੱਸਾਂ ਆਪ ਜੀ ਦੇ ਨਾਲ ਕਿ ਜਦੋਂ ਉਹਨਾਂ ਦਾ ਆਨੰਦ ਕਾਰਜ ਹੋ ਰਿਹਾ ਸੀ ਤਾਂ ਉਹਨਾਂ ਦੇ ਆਨੰਦ ਕਾਰਜ ਵਿੱਚ ਕਿਸੇ ਕਰਕੇ ਦੇਰੀ ਹੋ ਗਈ। ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਈ ਕਰਦੇ ਸਮੇਂ ਹੀ ਮਾਸਟਰ ਤਾਰਾ ਸਿੰਘ ਜੀ ਦਾ ਵਿਆਹ 1904 ਵਿੱਚ ਰਾਵਲਪਿੰਡੀ ਦੇ ਪਿੰਡ ਧਮਿਆਲ ਵਿਖੇ ਮੰਗਲ ਸਿੰਘ ਦੀ ਬੇਟੀ ਤੇਜ ਕੌਰ ਨਾਲ ਹੋਇਆ। ਜਦੋਂ ਬਰਾਤ ਪਹੁੰਚੀ, ਇਹ ਬੜਾ ਇੰਟਰਸਟਿੰਗ ਫੈਕਟ ਹੈ ਜਿਹੜਾ ਮਾਸਟਰ ਜੀ ਦੇ ਜੀਵਨ ਵਿੱਚ ਆਪ ਜੀ ਨਾਲ ਮੈਂ ਸਾਂਝਾ ਕਰ ਰਿਹਾ। ਜਦ ਬਰਾਤ ਪਹੁੰਚੀ ਤਾਂ ਲਗਭਗ ਸਭ ਮੋਨੇ ਸਨ। ਕੇਵਲ ਤਾਰਾ ਸਿੰਘ ਦੇ ਵੱਡੇ ਭਰਾ ਬਖਸ਼ੀ ਗੰਗਾ ਸਿੰਘ ਨੇ ਕੁਝ ਮਹੀਨੇ ਪਹਿਲਾਂ ਹੀ ਕੇਸ ਰੱਖੇ ਸਨ। ਤਾਰਾ ਸਿੰਘ ਦੇ ਘਰ ਵਾਲੇ ਸਭ ਮੋਨੇ ਸਨ,
ਪਰ ਲੜਕੀ ਪਰਿਵਾਰ ਵਾਲੇ ਸਾਰੇ ਕੇਸਾਧਾਰੀ ਸਿੱਖ ਸਨ। ਆਨੰਦ ਕਾਰਜ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਪੁੱਛਿਆ ਕਿ ਲੜਕੀ ਨੇ ਅੰਮ੍ਰਿਤ ਛਕਿਆ ਕਿ ਨਹੀਂ। ਅੱਜ ਕੱਲ੍ਹ ਅਸੀਂ ਇਹ ਪੁੱਛਦੇ ਨਹੀਂ, ਜਦ ਕਿ ਰਹਿਤ ਮੈਨੂੰ ਯਾਦ ਹੈ ਕਿ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੈ ਕਿ ਕੋਈ ਸਿਆਣਾ ਬੰਦਾ ਖੜਾ ਹੋ ਕਰਕੇ ਉਸ ਵੇਲੇ ਬੱਚੇ ਨੂੰ ਗੁਰਮਤਿ ਸਿੱਖਿਆ ਦੇਵੇ ਔਰ ਅੰਮ੍ਰਿਤ ਛਕਣ ਬਾਰੇ ਵੀ ਉਹਨਾਂ ਨੂੰ ਦੱਸੇ ਕਿ ਅੰਮ੍ਰਿਤ ਛਕਣਾ ਚਾਹੀਦਾ ਹੈ। ਲੇਕਿਨ ਅੱਜ ਗੋਲ-ਮੋਲ ਗੱਲ ਕੀਤੀ ਜਾਂਦੀ ਹੈ, ਭਈ ਜੇ ਨਹੀਂ ਛਕਿਆ ਤੇ ਛਕ ਲੈਣਾ। ਲੇਕਿਨ ਇਹ ਵੀ ਲਿਖਿਆ ਹੈ ਕਿ ਅੰਮ੍ਰਿਤਧਾਰੀ ਸਿੱਖ ਦਾ ਆਨੰਦ ਕੇਵਲ ਜਿਹੜਾ ਹੈ ਅੰਮ੍ਰਿਤਧਾਰੀ ਬੱਚੀ ਨਾਲ ਹੀ ਹੋ ਸਕਦਾ ਹੈ। तो तारा सिंह ਦੇ ਘਰ ਵਾਲੇ ਸਭ ਮੋਨੇ ਪਰ ਲੜਕੀ ਪਰਿਵਾਰ ਵਾਲੇ ਸਭ ਕੇਸਾਧਾਰੀ ਸਿੱਖ ਸਨ। ਆਨੰਦ ਕਾਰਜ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਪੁੱਛਿਆ ਕਿ ਲੜਕੀ ਨੇ ਅੰਮ੍ਰਿਤ ਛਕਿਆ ਹੈ ਕਿ ਨਹੀਂ। ਜਵਾਬ ਮਿਲਿਆ ਨਹੀਂ। ਉਹ ਅੜ ਗਏ ਕਿ ਲੜਕੀ ਅੰਮ੍ਰਿਤ ਛਕੇਗੀ ਤਾਂ ਹੀ ਆਨੰਦ ਕਾਰਜ ਹੋਣਗੇ। ਕਿੰਨੀ ਦ੍ਰਿੜਤਾ ਸੀ, ਸਿੱਖ ਰਹਿਨੁਮਾ ਦੇ ਉੱਪਰ ਕਿੰਨਾ ਪਹਿਰਾ ਦਿੱਤਾ। ਕੁਝ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਗਲੇ ਦਿਨ ਅੰਮ੍ਰਿਤ ਛਕਾ ਦਿਆਂਗੇ, ਪਰ ਤਾਰਾ ਸਿੰਘ ਜੀ ਨਾ ਮੰਨੇ ਤੇ ਆਪਣੀ ਗੱਲ ਤੇ ਡਟੇ ਰਹੇ। ਇਹ ਹੈ ਕੌਮ ਦੇ ਲੀਡਰਾਂ ਦਾ ਕਰੈਕਟਰ। ਆਖਰਕਾਰ ਲੜਕੀ ਵਾਲਿਆਂ ਨੇ ਰਾਵਲਪਿੰਡੀ ਇੱਕ ਆਦਮੀ ਭੇਜਿਆ ਤੇ ਉੱਤੋਂ ਸਿੰਘ ਸਭਾ ਵਿੱਚੋਂ 5 ਪਿਆਰੇ ਆਏ। ਅੰਮ੍ਰਿਤ ਸੰਚਾਰ ਹੋਇਆ, ਲੜਕੀ ਨੇ ਅੰਮ੍ਰਿਤ ਛਕਿਆ, ਜਿਸ ਤੋਂ ਪਿੱਛੋਂ ਮਾਸਟਰ ਤਾਰਾ ਸਿੰਘ ਜੀ ਨੇ ਆਨੰਦ ਕਾਰਜ ਦੀ ਰਸਮ ਵਿੱਚ ਸ਼ਾਮਲ ਹੋਏ। ਮਾਸਟਰ ਤਾਰਾ ਸਿੰਘ ਜੀ ਦਾ ਨਾਂ ਮਾਸਟਰ ਕਿਵੇਂ ਪਿਆ? ਸਰਦਾਰ ਖਜਾਨ ਸਿੰਘ ਸੂਰੀ ਜਿਹੜੇ ਕਿ ਰਾਵਲਪਿੰਡੀ ਇਲਾਕੇ ਦੇ ਹੀ ਰਹਿਣ ਵਾਲੇ ਸਨ, ਇਹ ਤਾਰਾ ਸਿੰਘ ਨਾਲ ਮੁਲਾਕਾਤ ਕੀਤੀ ਤੇ ਉੱਥੇ ਖਾਲਸਾ ਸਕੂਲ ਖੋਲ੍ਹਣ ਦੀ ਤਜਵੀਜ਼ ਰੱਖੀ। ਬਿਲਡਿੰਗ ਕਿਰਾਏ ਤੇ ਲੈ ਕੇ ਖਾਲਸਾ ਸਕੂਲ ਸ਼ੁਰੂ ਕਰ ਦਿੱਤਾ ਗਿਆ। ਤਾਰਾ ਸਿੰਘ ਨੂੰ ਸਕੂਲ ਦਾ ਪਹਿਲਾ ਹੈਡ ਮਾਸਟਰ ਥਾਪਿਆ ਗਿਆ। ਸੇਵਾ ਭਾਵ ਨੂੰ ਮੁੱਖ ਰੱਖਦਿਆਂ ਆਪ ਜੀ ਨੇ ਸਿਰਫ 15 ਰੁਪਏ ਵਿੱਚ ਨੌਕਰੀ ਕਰਨੀ ਕਬੂਲ ਕਰ ਲਈ। ਇਸ ਸਕੂਲ ਵਿੱਚ ਪੜ੍ਹਾਉਣ ਦਾ ਕਾਰਨ ਹੀ ਉਹਨਾਂ ਦੇ ਨਾਂ ਨਾਲ ਮਾਸਟਰ ਸ਼ਬਦ ਜੁੜ ਗਿਆ, ਜੋ ਅਖੀਰ ਤੱਕ ਉਹਨਾਂ ਦੇ ਨਾਲ ਮਾਸਟਰ ਤਾਰਾ ਸਿੰਘ ਕਰਕੇ ਜੁੜਿਆ ਰਿਹਾ। ਸਿੱਖ ਇਤਿਹਾਸ ਵਿੱਚ ਉਹਨਾਂ ਨੂੰ ਅੱਜ ਵੀ ਮਾਸਟਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਉਹ ਪੰਥਕ ਮਾਮਲਿਆਂ ਦੇ ਵੀ ਇੰਨੇ ਮਾਸਟਰ ਬਣ ਗਏ ਸਨ ਕਿ ਉਹ ਇੱਕੋ ਸਮੇਂ ਤਿੰਨੋਂ ਇੰਪੋਰਟੈਂਟ ਅੰਗ ਸਨ, ਉਹਨਾਂ ਦੇ ਵੀ ਪ੍ਰਧਾਨ ਰਹੇ। ਆਪ ਜੀ ਦੀ ਕਾਲਜ ਪੜ੍ਹਦਿਆਂ ਅੱਲ ਪੈ ਗਈ ਸੀ, ਪੱਥਰ ਅੱਲ। ਆਪ ਜੀ ਪੱਥਰ ਅੱਲ ਨਾਲ ਵੀ ਜਾਣੇ ਜਾਂਦੇ ਸਨ। ਜਿਵੇਂ ਅਸੀਂ ਕਹਿੰਦੇ ਹਾਂ ਵੀ ਨਿਕਨੇਮ ਜਿਹੜਾ ਹੈ ਉਹ ਕਿਸੇ ਦਾ ਕੁਝ ਰੱਖ ਦਿੱਤਾ, ਕਿਸੇ ਦਾ ਕੁਝ ਰੱਖ ਦਿੱਤਾ ਜਾਂਦਾ ਹੈ। ਤਾਂ ਮਾਸਟਰ ਤਾਰਾ ਸਿੰਘ ਜੀ ਵੱਲੋਂ ਲਿਖੀ ਕਿਤਾਬ ਪ੍ਰੇਮ ਲਗਨ ਵਿੱਚ ਉਹ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਲਿਖਦੇ ਹਨ ਕਿ ਕਿਵੇਂ ਮੁੰਡਿਆਂ ਨੇ ਇੱਕ ਦੂਜੇ ਦੇ ਅਸਲੀ ਨਾਵਾਂ ਨਾਲ ਬੁਲਾਉਣ ਦੀ ਥਾਂ ਛੋਟੇ ਉਸ ਨਾਂ ਨਾਲ ਬੁਲਾਉਂਦੇ ਸਨ ਜਿਹੜੀ ਖੂਬੀ ਕਰਕੇ ਉਸ ਦੀ ਅੱਲ ਪਈ ਹੋਵੇ। ਤਾਰਾ ਸਿੰਘ ਨੂੰ ਪੱਥਰ ਕਹਿ ਕੇ ਬੁਲਾਇਆ ਜਾਂਦਾ ਸੀ। ਪੱਥਰ ਅੱਲ ਪੈਣ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਉਹ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ ਤੇ ਉਹਨਾਂ ਤੇ ਜਦ ਸੱਟ ਲੱਗਦੀ ਤਾਂ ਉਹਨਾਂ ਨੂੰ ਕੋਈ ਅਸਰ ਹੀ ਨਾ ਹੁੰਦਾ ਤੇ ਉਹ ਕਹਿਣ ਲੱਗੇ ਮਾਸਟਰ ਤਾਂ ਤਾਰਾ ਸਿੰਘ ਤੇ ਪੱਥਰ ਹੈ। ਤਾਂ ਇਹ ਪੱਥਰ ਵੀ ਉਹਨਾਂ ਦੀ ਅੱਲ ਪੈ ਗਈ। ਆਪ ਜੀ ਸਾਹਿਤਕਾਰ ਤੇ ਪੱਤਰਕਾਰ ਵੀ ਸਨ। ਮਾਸਟਰ ਤਾਰਾ ਸਿੰਘ ਪੰਜਾਬੀ ਦੇ ਇੱਕ ਸਾਹਿਤਕਾਰ ਹੋਣ ਦੇ ਨਾਲ ਪੱਤਰਕਾਰ ਵੀ ਸਨ। ਪੱਤਰਕਾਰੀ ਦਾ ਸ਼ੌਕ ਉਹਨਾਂ ਨੂੰ ਜਵਾਨੀ ਵਿੱਚ ਹੀ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਨੇ ਸਾਲ 1909 ਵਿੱਚ, ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ, ਕਿ ਹਫ਼ਤਾਵਾਰੀ ਸੱਚਾ ਢੰਡੋਰਾ ਰਸਾਲਾ ਸ਼ੁਰੂ ਕੀਤਾ ਸੀ। ਉਹਨਾਂ ਦਿਨਾਂ ਵਿੱਚ ਕੋਈ ਵੀ ਪੱਤਰ ਜਾਰੀ ਕਰਨਾ ਅਤਿਅੰਤ ਕਠਿਨ ਕਾਰਜ ਸੀ। ਮਾਸਟਰ ਨੇ ਜਿਹਨੇ ਆਪਣਾ ਇਹ ਪੱਤਰ ਉਹਨਾਂ ਦਿਨਾਂ ਵਿੱਚ ਛਾਪਣਾ ਸ਼ੁਰੂ ਕੀਤਾ ਜਦੋਂ ਪੰਜਾਬੀ ਪੱਤਰਕਾਰੀ ਸਿੰਘ ਸਭਾਈ ਧਾਰਮਿਕ ਪੱਤਰਕਾਰੀ ਦੇ ਪਿੜ ਵਿੱਚੋਂ ਨਿਕਲ ਕੇ ਰਾਜਸੀ ਅਤੇ ਆਰਥਿਕ ਮਸਲਿਆਂ ਨੂੰ ਪੇਸ਼ ਕਰਨ ਦਾ ਮੋੜ ਰਹੀ ਸੀ। ਉਸ ਸਮੇਂ ਅਖਬਾਰ ਜਾਰੀ ਰੱਖਣਾ ਵੀ ਮੁਸ਼ਕਲ ਕੰਮ ਸੀ। ਫਿਰ ਵੀ ਮਾਸਟਰ ਤਾਰਾ ਸਿੰਘ ਜੀ ਨੇ ਇਹ ਪੱਤਰ 2 ਸਾਲ ਤੱਕ ਜਿਹੜਾ ਹੈ ਉਹ ਜਾਰੀ ਰੱਖਿਆ। ਮਾਸਟਰ ਤਾਰਾ ਸਿੰਘ ਜੀ ਦੇ ਜਿਹੜੇ ਹਨ ਡਾਕਟਰ ਨਰਿੰਦਰ ਸਿੰਘ ਜੀ ਕਹਿੰਦੇ ਹਨ ਕਿ ਸੱਚਾ ਢੰਡੋਰਾ ਬਾਰੇ ਕਥਨ ਹੈ ਕਿ ਇਸ ਪੱਤਰ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਨਵਾਂ ਜੀਵਨ ਮਾਰਗ ਦਿੱਤਾ। ਉਹ ਸੰਪਾਦਕ ਬਣੇ, ਉਹ ਲੇਖਕ ਬਣੇ, ਉਹ ਰਾਜਸੀ ਨੇਤਾ ਬਣੇ। ਇਸ ਪੱਤਰ ਨੇ ਡੁੱਬਣਾ ਸੀ, ਡੁੱਬ ਗਿਆ, ਪਰ ਡੁੱਬਦਾ ਇਹ ਪੱਤਰ ਮਾਸਟਰ ਤਾਰਾ ਸਿੰਘ ਵਿੱਚ ਸਚਾਈ, ਤਿਆਗ, ਸਿਦਕ ਤੇ ਸਿਰੜ ਕੁੱਟ ਕੇ ਭਰ ਗਿਆ। ਮਾਸਟਰ ਤਾਰਾ ਸਿੰਘ ਨੇ ਇਸ ਤੋਂ ਬਾਅਦ ਅਕਾਲੀ ਅਖਬਾਰ ਸ਼ੁਰੂ ਕਰਨ ਦੀ ਵੀ
ਵਿੱਚ ਵੀ ਮਹੱਤਵਪੂਰਨ ਹਿੱਸਾ ਪਾਇਆ। 1920 ਵਿੱਚ ਇੱਕ ਹੋਰ ਹਫ਼ਤਾਵਾਰੀ ਰਸਾਲਾ ਕੱਢਣਾ ਸ਼ੁਰੂ ਕੀਤਾ, ਜਿਸ ਦਾ ਨਾਮ ਪਰਦੇਸੀ ਖਾਲਸਾ ਸੀ। ਪ੍ਰਦੇਸ਼ ਵਿੱਚ ਬੈਠੇ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਮਸਲਿਆਂ ਨੂੰ ਇਸ ਵਿੱਚ ਬੜੀ ਚੰਗੀ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ। ਪਿੱਛੋਂ 1922 ਵਿੱਚ ਇਹ ਰਸਾਲਾ ਅਕਾਲੀ ਨਾਲ ਮਿਲ ਗਿਆ ਤੇ ਦੋਹਾਂ ਲਈ ਇੱਕ ਸਾਂਝਾ ਨਵਾਂ ਨਾਂ ਅਕਾਲੀ ਤੇ ਪ੍ਰਦੇਸੀ ਰੱਖਿਆ ਗਿਆ। ਇਹ ਰੋਜ਼ਾਨਾ ਅਖਬਾਰ ਕਾਫੀ ਸਾਲਾਂ ਤੱਕ ਲਗਾਤਾਰ ਚੱਲਦਾ ਰਿਹਾ। ਦੇਸ਼ ਦੀ ਵੰਡ ਦੇ ਪਿੱਛੋਂ ਮਾਸਟਰ ਤਾਰਾ ਸਿੰਘ ਜੀ ਨੇ ਜਲੰਧਰ ਤੋਂ ਪੰਥ ਸੇਵਕ ਰੋਜ਼ਾਨਾ ਸ਼ੁਰੂ ਕੀਤਾ। तो ये अकाल तखत तो 24 जनवरी 1960 ਨੂੰ ਮਾਸਟਰ ਤਾਰਾ ਸਿੰਘ ਜੀ ਨੇ ਕਾਂਗਰਸ ਹਾਈ ਕਮਾਂਡ ਅਤੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਗਿਆ ਕਿ ਉਹ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਕਰ ਲਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਜਾਏਗਾ, ਜਿਹੜਾ ਆਰੰਭ ਵਿੱਚ ਕੇਵਲ ਸੰਵਿਧਾਨਕ ਢੰਗ ਤੱਕ ਹੀ ਸੀਮਤ ਰਹੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ 132 ਮੈਂਬਰਾਂ ਨੇ ਅਕਾਲ ਤਖਤ ਸਾਹਿਬ ਤੇ ਇਹ ਸਹੁੰ ਖਾਧੀ ਕਿ ਉਹ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਆਪਣਾ ਤਨ ਮਨ ਅਤੇ ਧਨ ਕੁਰਬਾਨ ਕਰ ਦੇਣਗੇ। ਇਹ ਸਹੁੰ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਜੀ ਨੇ ਖਾਧੀ ਸੀ। ਉਧਰ 7 ਮਾਰਚ 1960 ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਆਮ ਇਕੱਠ ਵਿੱਚ ਸਰਬਸੰਮਤੀ ਨਾਲ ਤਾਰਾ ਸਿੰਘ ਜੀ ਨੂੰ ਪ੍ਰਧਾਨ ਜਿਹੜਾ ਹੈ ਉਹ ਚੁਣ ਲਿਆ ਗਿਆ। ਤੇ ਆਓ ਥੋੜੀ ਜਿਹੀ ਗੱਲ ਮਾਸਟਰ ਤਾਰਾ ਸਿੰਘ ਦੇ ਮਰਨ ਵਰਤ ਦੀ ਵੀ ਗੱਲ ਕਰਦੇ ਹਾਂ। ਮਾਸਟਰ ਤਾਰਾ ਸਿੰਘ ਨੇ ਆਪਣਾ ਮਰਨ ਵਰਤ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ 15 ਅਗਸਤ 1961 ਨੂੰ ਸ਼ੁਰੂ ਕਰ ਦਿੱਤਾ। ਮਾਸਟਰ ਤਾਰਾ ਸਿੰਘ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਹ ਸਹੁੰ ਚੁੱਕੀ ਕਿ ਉਹ ਉਦੋਂ ਤੱਕ ਆਪਣਾ ਵਰਤ ਨਹੀਂ ਤੋੜਨਗੇ ਜਦੋਂ ਤੱਕ ਪ੍ਰਧਾਨ ਮੰਤਰੀ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਨਹੀਂ ਕਰ ਲੈਂਦਾ। ਜਵਾਹਰ ਲਾਲ ਨਹਿਰੂ ਨੇ ਭਾਵੇਂ ਅਕਾਲੀ ਦਲ ਨੂੰ ਕੁਝ ਰਿਆਇਤਾਂ ਦਿੱਤੀਆਂ, ਪਰ ਪੰਜਾਬੀ ਸੂਬੇ ਦੀ ਮੰਗ ਨੂੰ ਨਾ ਮੰਨਣ ਬਾਰੇ ਅੜੇ ਰਹੇ। ਮਾਸਟਰ ਤਾਰਾ ਸਿੰਘ ਨੇ 48 ਦਿਨਾਂ ਬਾਅਦ ਮਰਨ ਵਰਤ ਤੋੜ ਦਿੱਤਾ, ਜਦੋਂ ਉਹਨਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ। ਇੱਥੇ ਹੀ ਉਹ ਮਾਰ ਖਾ ਗਏ। ਮਾਸਟਰ ਤਾਰਾ ਸਿੰਘ ਨੇ 2 ਸਤੰਬਰ 1961 ਨੂੰ ਵਿਦੇਸ਼ੀ ਪੱਤਰਕਾਰਾਂ ਨਾਲ ਇੱਕ ਇੰਟਰਵਿਊ ਦਿੰਦਿਆਂ ਹੋਇਆ ਇਹ ਆਖਿਆ ਕਿ ਬਰਤਾਨੀਆ ਜਾਂ ਕੋਈ ਹੋਰ ਦੇਸ਼ ਪੰਜਾਬੀ ਸੂਬੇ ਦਾ ਸਵਾਲ UNO ਵਿੱਚ ਉਠਾਏ ਅਤੇ ਦੇਸ਼ ਦੀ ਵੰਡ ਵੇਲੇ ਪੰਜਾਬ ਦਾ ਬਰਤਾਨਵੀ ਗਵਰਨਰ ਜਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਮੰਗ ਦੀ ਜਿਹੜੀ ਹੈ ਉਹ ਸਾਲਸੀ ਕਰੇ। ਤੋ ਮਾਸਟਰ ਤਾਰਾ ਸਿੰਘ ਜੀ ਨੇ ਜੋ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਦਾ ਵੀ ਵਿਰੋਧ ਕੀਤਾ। ਤੋ ਇਹ ਵਿਚਾਰ ਸਨ ਅੱਜ ਜਿਹੜੇ ਮੈਂ ਆਪ ਜੀ ਦੇ ਨਾਲ ਮਾਸਟਰ ਜੀ ਦੇ ਬਾਰੇ ਸਾਂਝੇ ਕੀਤੇ ਹਨ। ਤੋ ਇਹ ਮਹਾਨ ਜੋ ਸਿੱਖ ਪੰਥ ਦਾ ਜਰਨੈਲ ਸੀ, ਉਹ 22 ਨਵੰਬਰ 1967 ਨੂੰ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ। ਤੇ ਅੱਜ ਜਿਹੜੇ ਲੇਖ ਉਹਨਾਂ ਦੇ ਬਾਰੇ ਆਪ ਜੀ ਨਾਲ ਸਾਂਝਾ ਕੀਤਾ ਹੈ, ਇਹ ਉਹਨਾਂ ਦੀ ਯਾਦ ਨੂੰ ਜਿਹੜਾ ਹੈ ਉਹ ਸਜਦਾ ਹੈ। ਸਲਾਮ ਕਰਦੇ ਹਾਂ ਉਹਨਾਂ ਦੀ ਪੰਥਕ ਜਿਹੜੀ ਹੈ ਇੰਟਰਸਟ ਸੀ, ਪੰਥਕ ਉਹਨਾਂ ਦੀ ਪੰਥ ਲਈ ਜੋ ਦੇਣ ਹੈ, ਉਹਨਾਂ ਦੀ ਪੰਥ ਲਈ ਜੋ ਉਹਨਾਂ ਨੇ ਸੰਘਰਸ਼ ਕੀਤੇ ਹਨ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ। ਤਾਂ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦੇ ਹਾਂ। ਤੇ ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।